ਸਾਹਿਬ ਜੀ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹੇ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋ ਜਿ ਕਹਿਜੈ। ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਕਨਿਜੈ। ਤ੍ਰਿਭੁਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਬ ਨਾਮ ਕਥੈ ਕਵਨ। ਕਰਮ ਨਾਮ ਵਰਣਤ ਸੁਮਤ ਤੂੰ ਮੇਰੋ ਮੇਰ ਪਰਬਤ ਸੁਆਮੀ। ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ। ਰਖ ਲੀਨੀ ਹਰ ਮੇਰੀ ਨਾ ਹਉ ਜਤੀ ਸਤੀ ਨਹੀਂ ਪੜਿਆ। ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਨਾ। ਜਿਨ ਤੂ ਨਾਹੀ ਵਿਸਰਿਆ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ। ਜਿਸ ਪਾਸ ਬੈਠਿਆ ਸੋਹੀ ਸਭਨਾ ਦਾਵੇ। ਜਿਸ ਪਾਸ ਬੈਠਿਆ ਸੋਹੀ ਸਭਨਾ ਦਾਵੇ ਸਾਹੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਭੁਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਮ। ਮਨ ਵੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ। ਭੁਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਮ। ਮਨ ਵੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ। ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਦਾਹ। ਵਿਖਿਆ ਕੋਹਿ ਨ ਸਕਈ ਮਿਲ ਸਾਧੂ ਗੁਣ ਗਾਹ। ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹ। ਕਰ ਗਹਿ ਕੀ ਪਾਰ ਬਾਹੜ ਨ ਵਿਛੜਿਆ। ਬਾਰ ਜਾਉ ਲਖ ਬੇਰੀਆ ਹਰ ਸੱਜਣ ਅਗਮ ਅਗਾਹ। ਸ਼ਰਮ ਪਈ ਨਾਰਾਇਣ ਨਾਨਕ ਦਰ ਮਈਆ। ਭੁਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ। ਭੁਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਮ। ਮਨ ਵੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਾਜੀ ਨਿਵਾਜੀ ਗੁਰੂ ਸਵਰੂਪ, ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਗੁਰ ਸੰਗਤ ਜੀਓ, ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਕਿ ਦੀਨ ਦਿਆਲ ਸਤਿਗੁਰੂ ਪਤਿਤ ਪਾਵਨ ਭਗਤ ਵਸ਼ਲ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਸ਼ਬਦਾ ਅਵਤਾਰ, ਰਾਜਾਨ ਰਾਜ, ਪਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ ਸਭ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਆਪ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਤੋਂ ਸ਼੍ਰੀਮਾਨ ਸੰਤ ਗਿਆਨੀ ਵਰਿਆਮ ਸਿੰਘ ਜੀ ਤਿਨਾਂ ਦੇ ਤਪ ਅਸਥਾਨ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਲਵਾ ਕੇ ਗੁਰੂ ਚਰਨਾਂ ਦਾ ਆਨੰਦ ਮਾਣ ਰਹੇ ਹੋ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੀ ਅਪਾਰ ਕਿਰਪਾ ਦਾ ਸਦਕਾ ਅੱਜ ਪੋਹ ਦੇ ਮਹੀਨੇ ਦੀ ਸੰਗਰਾਂਦ ਨੂੰ ਮੁੱਖ ਰੱਖਦਿਆਂ ਹੋਇਆਂ ਅੰਮ੍ਰਿਤ ਵੇਲੇ ਤੋਂ ਦੀਵਾਨ ਸਜਾਏ ਗਏ ਹਨ। ਜੋ ਪਿੱਛੇ ਮਘਰ ਦਾ ਮਹੀਨਾ ਸਮਾਪਤ ਹੋਇਆ, 6 ਵਜੇ ਅੰਮ੍ਰਿਤ ਵੇਲੇ ਪੋਹ ਦੇ ਮਹੀਨੇ ਦੀ ਸ਼ੁਰੂਆਤ ਆਰੰਭਤਾ ਹੋਈ ਹੈ ਅਤੇ ਜਿਵੇਂ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਹੁਕਮ ਕੀਤਾ ਸੀ, ਧੰਨ ਬਾਬਾ ਬੁੱਢਾ ਜੀ, ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਹੋਣਾ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਜਾ ਕੇ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਅੱਜ ਉਹ ਬ੍ਰਾਹਮਣ ਹਨ ਜੋ ਮਹੀਨੇ ਦਾ ਮਹਾਰਾਜ ਫਲ ਹੈ, ਫਲਾ ਰੂਪ ਹੈ, ਉਹ ਸਾਨੂੰ ਮਹਾਰਾਜ ਦੱਸਦੇ ਨਹੀਂ ਹੈ। ਸੰਗਤਾਂ ਨੂੰ ਬੜਾ ਬੁਰਾ ਭਲਾ ਬੋਲਦੇ ਆ, ਕਿਰਪਾ ਕਰਕੇ ਕੋਈ ਐਸੀ ਬਾਣੀ ਉਚਾਰਨ ਕਰੋ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਦੀ ਬਾਬਤ ਗੁਰੂ ਅਰਜਨ ਦੇਵ ਮਹਾਰਾਜ ਨੇ ਆਖਿਆ ਸੀ ਕਿ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਵੀ ਉਚਾਰਨ ਕੀਤੀ ਹੋਈ ਹੈ। ਤੇ ਬਾਬਾ ਜੀ ਨੇ ਦੋਨੇ ਹੱਥ ਜੋੜ ਕੇ ਆਖਿਆ, ਮਹਾਰਾਜ ਉਹ ਬਾਣੀ ਕਠਨ ਹੈ ਮਹਾਰਾਜ, ਨਾ ਤਾਂ ਜਗਿਆਸੂਆਂ ਤੋਂ ਉਸ ਦੀ ਵਿਚਾਰ ਹੋ ਸਕਦੀ ਹੈ, ਨਾ ਕਰਨ ਵਾਲਿਆਂ ਤੋਂ ਵਿਚਾਰ ਹੋ ਸਕਦੀ ਹੈ, ਕਿਰਪਾ ਕਰਕੇ ਆਪ ਬਾਣੀ ਉਚਾਰਨ ਕਰੋ। ਤੇ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਮਹੀਨਿਆਂ ਦਾ ਫਲਾ ਰੂਪ ਦੱਸਿਆ ਹੈ। ਕਈ ਇਹ ਮਹੀਨੇ ਨੂੰ ਬੜਾ ਮਾੜਾ ਸਮਝਦੇ ਹੈ, ਪੋਹ ਦਾ ਮਹੀਨਾ ਕਹਿੰਦੇ ਮਾੜਾ ਹੁੰਦਾ ਹੈ, ਪਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਮਹੀਨੇ ਦੀ ਜਿਹੜੇ ਦਿਨਾਂ ਦੇ ਵਿੱਚ ਮਹਾਰਾਜ ਨੇ ਅਵਤਾਰ ਧਾਰਿਆ, 7 ਜੋ ਪੋਹ ਸੁਦੀ 7 ਨੂੰ ਮਹਾਰਾਜ ਨੇ ਅਵਤਾਰ ਧਾਰਿਆ ਸੀ। ਉਹ ਸੰਗਤ ਜੀ ਮਹਾਰਾਜ ਨੇ ਬਾਣੀ ਦੇ ਵਿੱਚ ਵੀ ਕਿਹਾ, ਉਹ ਮਹੀਨਾ, ਉਹ ਪਲ, ਉਹ ਸਮਾਂ ਸਫਲਾ ਹੁੰਦਾ ਹੈ ਜਿਹੜਾ ਆਪਾਂ ਗੁਰੂ ਚਰਨਾਂ ਦੇ ਅੰਦਰ ਜਿਹੜਾ ਨਗਾ ਜਾਂਦੇ ਹਾਂ। ਆਪ ਘਰ ਦੇ ਵਿੱਚ ਵੀ ਸਜੇ ਹੋਏ ਹੋ, ਬਾਣੀ ਪੜ੍ਹਦੇ ਹੋ ਤੇ ਬਾਣੀ ਪੜ੍ਹ ਕੇ ਉਸ ਨਾਮ ਦੀ ਐਸੀ ਖੁਸ਼ਬੂ ਆਉਣ ਲੱਗ ਜਾਂਦੀ ਹੈ ਘਰ ਦੇ ਵਿੱਚ ਕਿ ਜਦੋਂ ਕੋਈ ਗੁਰਮੁਖ ਆਉਂਦਾ ਹੈ ਤੇ ਉਹਨੂੰ ਉੱਠਣ ਦਾ ਮਨ ਹੀ ਨਹੀਂ ਕਰਦਾ ਹੁੰਦਾ, ਉੱਥੇ ਹੀ ਸੱਚਖੰਡ ਬਣ ਜਾਂਦਾ ਹੈ, ਗੁਰੂ ਦੀ ਬਾਣੀ ਦਾ ਵਾਸਾ ਹੋ ਜਾਂਦਾ ਹੈ। ਤੇ ਜਦੋਂ ਆਪਾਂ ਘਰ ਤੋਂ ਬਾਹਰ ਨਿਕਲਦੇ ਹਾਂ, ਘਰ ਤੋਂ ਬਾਹਰ ਤਾਂ ਕਲਯੁਗ ਹੀ ਕਲਯੁਗ ਹੁੰਦਾ ਹੈ। ਜੇ ਕਿਸੇ ਦੇ ਕੋਲੇ ਅੱਜ ਦੇ ਸਮੇਂ ਦੇ ਵਿੱਚ ਖੜ ਗਏ ਤਾਂ ਵੀ ਕਲਯੁਗ ਹੀ ਕਲਯੁਗ ਹੈ, ਕਿਉਂਕਿ ਉਹਨਾਂ ਨੇ ਨਿੰਦਿਆ ਕਰਨੀ ਹੈ, ਚੁਗਲੀ ਕਰਨੀ ਹੁੰਦੀ ਹੈ। ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਕੋਈ ਕਦੇ ਕਿਸੇ ਦਾ ਮਾੜਾ ਸੋਚ ਰਿਹਾ, ਕੋਈ ਕਿਸੇ ਦਾ ਮਾੜਾ ਸੋਚ ਰਿਹਾ, ਪਰ ਅਸਲ ਦੇ ਵਿੱਚ ਉਹ ਸਮਾਂ ਹੀ ਸਫਲਾ ਮੰਨਿਆ ਜਾਂਦਾ ਹੈ। ਧੰਨ ਸੋ ਵੇਲਾ ਘੜੀ ਧੰਨ, ਧੰਨ ਮੂਰਤ ਪਲ ਸਹਾਰ, ਧੰਨ ਸੋ ਦਿਨ ਸੋ ਸੰਜੋਗੜਾ ਜਤ ਡਿਠਾ ਗੁਰ ਦਰਸਾਰ। ਜਿਸ ਸਮੇਂ ਸਾਨੂੰ ਗੁਰੂ ਦੇ ਦਰਸ਼ਨ ਹੋ ਜਾਂਦੇ ਹੈ,
ਅਸਲ ਦੇ ਅੰਦਰ ਉਹ ਸਮਾਂ ਹੀ ਭਾਈ ਸਫਲਾ ਮੰਨਿਆ ਜਾਂਦਾ ਹੈ। ਤੇ ਮਹਾਰਾਜ ਨੇ ਸਾਨੂੰ ਸੰਸਾਰ ਦੇ ਵਿੱਚ ਵਿਚਰਨ ਦਾ ਇਹ ਉਪਦੇਸ਼ ਦਿੱਤਾ ਹੈ ਕਿ ਭਾਈ ਸੰਸਾਰ ਦੇ ਵਿੱਚ ਵਿਚਰਨਾ ਹੈ। ਤੈਨੂੰ ਮਹਾਰਾਜ ਨੇ ਇਹ 5 ਭੌਤਿਕ ਸਰੀਰ ਬਖਸ਼ਿਆ ਤੇ ਸਰੀਰ ਦੇ ਵਿੱਚ 9 ਗੋਲਕਾਂ ਦੇ ਦਿੱਤੀਆਂ ਨੇ। ਮਹਾਰਾਜ ਦੇ ਬਚਨ ਆਉਂਦੇ ਆ, 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਦੁਆਰੇ ਦਾ ਅਰਥ ਹੁੰਦਾ ਦਰਵਾਜ਼ੇ। 9 ਦਰਵਾਜ਼ੇ ਸਾਡੇ ਹੈ ਤੇ ਗੁਰਸੰਗਤ ਜੀ ਉਹਨਾਂ 9 ਦਰਵਾਜ਼ਿਆਂ ਨੂੰ ਮਹਾਰਾਜ ਨੇ ਖੁੱਲ੍ਹਿਆਂ ਰੱਖਿਆ। ਤੇ ਇਹ ਆਪਾਂ ਆਮ ਦੇਖਦੇ ਹਾਂ, ਘਰ ਜਦੋਂ ਬੜਾ ਸੁੰਦਰ ਤਿਆਰ ਕਰਵਾਉਣੇ ਆ ਉੱਥੇ ਵੀ ਆਪਾਂ ਦਰਵਾਜ਼ੇ ਰੱਖਦੇ ਹਾਂ। ਤੇ ਜਦੋਂ ਕੋਈ ਮੀਂਹ ਹਨੇਰੀ ਘੱਟਾ ਆਉਂਦਾ ਹੈ ਉਹਨਾਂ ਦਰਵਾਜ਼ਿਆਂ ਨੂੰ ਆਪਾਂ ਬੰਦ ਕਰ ਲੈਂਦੇ ਹਾਂ। ਤੇ ਜਦੋਂ ਗੁਰਸੰਗਤ ਜੀ ਕਿਤੇ ਬਾਹਰ ਅੰਦਰ ਜਾਣਾ ਹੁੰਦਾ ਤੇ ਉਦੋਂ ਆਪਾਂ ਦਰਵਾਜ਼ੇ ਖੋਲ੍ਹਦੇ ਹਾਂ। ਤੇ ਇਹ ਦਰਵਾਜ਼ੇ ਵੀ ਸਾਡੇ 9 ਗੋਲਕਾਂ ਨੇ, 9 ਦਰਵਾਜ਼ੇ ਹੈ। ਜਦੋਂ ਇਹਨਾਂ ਦਰਵਾਜ਼ਿਆਂ ਦੇ ਵਿੱਚ ਕਿਤੇ ਘੱਟਾ ਰੂਪ ਜਿਹੜੀ ਚੁਗਲੀ ਨਿੰਦਿਆ ਪੈਂਦੀ ਹੈ ਉਦੋਂ ਬੰਦ ਕਰ ਲੈਣਾ ਚਾਹੀਦਾ। ਇਹਨਾਂ ਨੂੰ ਦਰਵਾਜ਼ਿਆਂ ਨੂੰ ਬੰਦ ਕਰ ਲੈਣਾ ਚਾਹੀਦਾ, ਸਫਾਈ ਰਹਿੰਦੀ ਹੈ। ਤੇ ਹਰ ਰੋਜ਼ ਨਾਮ ਰੂਪੀ ਝਾੜੂ ਦੇ ਨਾਲ ਇਹਦੀ ਸਫਾਈ ਕਰਦੇ ਰਹਿਣਾ ਚਾਹੀਦਾ, ਕਰਦੇ ਹੀ ਰਹਿਣਾ ਚਾਹੀਦਾ। ਤੇ ਇਹ ਸਰੀਰ ਸਾਫ ਸੁਥਰਾ ਰਹਿੰਦਾ ਹੈ, ਅੰਦਰ ਪਵਿੱਤਰਤਾ ਰਹਿੰਦੀ ਹੈ। ਤੇ ਜੇ ਆਪਾਂ ਕਹੀਏ ਕਿ ਚੁਗਲੀ ਨਿੰਦਿਆ ਵੀ ਕੀਤੀ, ਦਰਵਾਜ਼ਿਆਂ ਦੇ ਅੰਦਰ ਘੱਟਾ ਵੀ ਪੈ ਗਿਆ, ਸਰੀਰ ਦੇ ਅੰਦਰ ਘੱਟਾ ਪੈ ਗਿਆ, ਤੇ ਫਿਰ ਆਪਾਂ ਗੁਰੂ ਘਰੇ ਆ ਕੇ ਤੇ ਨਾਮ ਰੂਪੀ ਝਾੜੂ ਮਾਰਨ ਦੀ ਕੋਸ਼ਿਸ਼ ਕਰੀਏ ਤਾਂ ਭਾਈ ਉਹ ਬਹੁਤ ਜ਼ਿਆਦਾ ਸਮਾਂ ਲੱਗ ਜਾਂਦਾ ਹੈ। ਫਿਰ ਪਤਾ ਨਹੀਂ ਕਿੰਨਾ ਕਿੰਨਾ ਸਮਾਂ ਸੇਵਾ ਕਰਦਿਆਂ ਨੂੰ ਲੰਘ ਜਾਂਦਾ ਤੇ ਫਿਰ ਮਹਾਰਾਜ ਦੀ ਬਾਣੀ ਦਾ ਕਿਤੇ ਫਲ ਸਾਨੂੰ ਮਿਲਦਾ ਹੈ। ਤੇ ਜੇ ਗੁਰੂ ਚਾਹੇ ਤਾਂ ਛਿਨ ਮਾਤਰ ਦੇ ਵਿੱਚ ਦਰਸ਼ਨ ਪਰਸਿਆ, ਗੁਰੂ ਕਹਿ ਜਨਮ ਮਰਨ ਦੁੱਖ ਜਾਏ, ਛਿਨ ਮਾਤਰ ਦੇ ਵਿੱਚ ਜੀਵਨ ਸਫਲਾ ਹੋ ਜਾਂਦਾ ਹੈ। ਗੁਰੂ ਨੇ ਸਾਨੂੰ ਵਡਿਆਈ ਦਿੱਤੀ ਹੈ, ਸਾਡਾ ਸਰੀਰ ਬਖਸ਼ਿਆ ਹੈ। ਇਹ ਸਰੀਰ ਦੇ ਨਾਲ ਸਾਨੂੰ ਨਾਮ ਜਪਣਾ ਚਾਹੀਦਾ ਹੈ। ਸਿਮਰ ਮਨਾ ਰਾਮ ਨਾਮ ਚਿਤਾਰੇ, ਇਹਦੇ ਨਾਲ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ। ਕਿਉਂਕਿ ਕਿਆ ਜਾਣਾ ਕਿਵ ਮਰਹਿੰਗੇ ਕੈਸਾ ਮਰਨਾ ਹੋਏ, ਪਤਾ ਨਹੀਂ ਸੰਸਾਰ ਦੇ ਵਿੱਚ ਉਹ ਕਿਸ ਤਰ੍ਹਾਂ ਸਾਡਾ ਜੰਮਣ ਮਰਨਾ ਹੋਣਾ ਹੈ, ਸਾਡਾ ਮੌਤ ਦਾ ਸਮਾਂ ਆ ਜਾਣਾ ਹੈ। ਇਹ ਸੰਗਰਾਂਦ ਦੇ ਮਹੀਨੇ ਨੂੰ ਆਪ ਸੰਗਤ ਜੁੜ ਬੈਠੇ ਹੋ, ਆਪਣੇ ਜੀਵਨ ਨੂੰ ਸਫਲਾ ਕਰਨ ਵਾਸਤੇ ਆਏ ਹੋ। ਪੋਹ ਦੇ ਮਹੀਨੇ ਦੇ ਵਿੱਚ ਠੰਡ ਬਹੁਤ ਜ਼ਿਆਦਾ ਹੁੰਦੀ ਹੈ ਤੇ ਠੰਡ ਤੋਂ ਬਚਣ ਦੇ ਵਾਸਤੇ ਆਪਾਂ ਕਿੰਨੇ ਕਿੰਨੇ ਯਤਨ ਕਰਦੇ ਹਾਂ, ਰਜਾਈਆਂ ਕੱਢਦੇ ਹਾਂ, ਮੋਟੇ ਮੋਟੇ ਬਸਤਰ ਪਾਉਣੇ ਆ। ਤੇ ਪਰਿਵਾਰ ਦੇ ਵਿੱਚ ਜਿਹੜਾ ਆਪਾਂ ਘਰ ਦੇ ਵਿੱਚ ਹੀ ਹੀਟਰ ਲਾਏ ਹੁੰਦੇ ਆ ਗਰਮ, ਇਹ ਬਚਣ ਦੇ ਵਾਸਤੇ ਕੀਤਾ ਜਾਂਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਪੋਹ ਦਾ ਮਹੀਨਾ ਬੜਾ ਠੰਡਾ ਹੁੰਦਾ ਹੈ ਤੇ ਇਹਦੇ ਤੋਂ ਬਚਣ ਦੇ ਵਾਸਤੇ ਮਹਾਰਾਜ ਕੀ ਕੀਤਾ ਜਾਵੇ। ਤੇ ਮਹਾਰਾਜ ਨੇ ਨਾਮ ਜਪਣ ਦੀ ਬਾਬਤ ਸਾਨੂੰ ਸਿੱਖਿਆ ਦਿੱਤੀ ਹੈ, ਉਪਦੇਸ਼ ਦਿੱਤਾ ਹੈ। ਜੇ ਗਰਮੀ ਦੀ ਗੱਲ ਕਰੀਏ ਕਿ ਗਰਮੀ ਮਹਾਰਾਜ ਬੜੀ ਹੈ ਤਾਂ ਹਾੜ ਦੇ ਮਹੀਨੇ ਦੇ ਵਿੱਚ ਬੜੀ ਤਪਸ਼ ਪੈਂਦੀ ਹੁੰਦੀ ਹੈ। ਉਦੋਂ ਵੀ ਮਹਾਰਾਜ ਨੇ ਸਾਨੂੰ ਨਾਮ ਦੇ ਲਾੜੀ ਲਾਇਆ, ਭਾਈ ਆ ਸਾੜ ਪੰਦਾ ਤਿਸ ਲੱਗਾ ਹਰ ਨਾ ਹੋ ਨਾ ਜਿੰਨਾ ਪਾਸ। ਮਹਾਰਾਜ ਕਹਿੰਦੇ ਹਾੜ ਦੇ ਮਹੀਨੇ ਦੀ ਜਿਹੜੀ ਤਪਸ਼ ਹੈ ਉਹਨਾਂ ਨੂੰ ਲੱਗਦੀ ਹੈ ਜਿਨ੍ਹਾਂ ਦੇ ਕੋਲੇ ਨਾਮ ਨਹੀਂ ਹੁੰਦਾ। ਤੇ ਆਓ ਨਾਮ ਦੇ ਨਾਲ ਜੁੜੀਏ, ਗੁਰੂ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾਈਏ। ਦਾਸ ਦੀ ਹਾਜ਼ਰੀ, ਆਪਣੀ ਹਾਜ਼ਰੀ ਗੁਰੂ ਚਰਨਾਂ ਦੇ ਅੰਦਰ ਲਵਾਓ। ਮਨ ਬਿਰਤੀਆਂ ਇਕਾਗਰ ਕਰੋ, ਜਿੱਥੇ ਸਰੀਰ ਕਰਕੇ ਜੁੜ ਬੈਠੇ ਹੋ ਉੱਥੇ ਮਨ ਦੀਆਂ ਹਾਜ਼ਰੀਆਂ ਲਵਾਓ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਓਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰਿ ਨਾਮ। ਗੁਰ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰਦੇ ਹੈ ਕਿ ਪੋਖ ਤੁਖਾਰ ਨਾ ਵਿਆਪਈ। ਪੋਖ ਦਾ ਅਰਥ ਹੁੰਦਾ ਜਿਹੜਾ ਪੋਹ ਦਾ ਮਹੀਨਾ। ਆਪਾਂ ਪੋਹ ਨਾਮ ਸਿੱਧਾ ਕਹਿ ਦਿੰਦੇ ਹਾਂ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਪੱਪਾ ਪੱਪੇ ਨੂੰ ਹੋੜਾ, ਖੱਖੇ ਨੂੰ ਸਿਹਾਰੀ ਸ਼ਬਦ ਵਰਤਿਆ। ਪੋਖ ਭਾਵ ਕਿ ਪੋਖ ਦਾ ਮਹੀਨਾ, ਇਹਦੇ ਵਿੱਚ ਬਹੁਤ ਜ਼ਿਆਦੀ ਤੁਖਾਰ ਵਰਤਦੀ ਹੈ। ਤੁਖਾਰ ਨਾਮ ਹੁੰਦਾ ਠੰਡ ਦਾ, ਬਰਫ਼ ਦਾ। ਬੜੀ ਬਰਫ਼ ਪੈਂਦੀ ਹੈ
ਸਰੀਰ ਠਰ ਜਾਂਦੇ ਹੈ। ਬਾਹਰਲੇ ਦੇਸ਼ਾਂ ਦੇ ਵਿੱਚ ਵੀ ਦੇਖੋ ਕਿੰਨੀ ਕਿੰਨੀ ਬਰਫ਼ ਪੈ ਜਾਂਦੀ ਹੈ, ਅਤੇ ਜੇ ਉਹ ਬਰਫ਼ ਸਰੀਰ ਉਹ ਜਿਹੜੀ ਠੰਡਕ ਹੁੰਦੀ ਹੈ ਹੱਡਾਂ ਦੇ ਵਿੱਚ ਜਿਹੜੀ ਰਚ ਜਾਵੇ ਨਾ ਭਾਈ, ਅਤੇ ਉਹ ਬਹੁਤ ਜ਼ਿਆਦਾ ਸਾਰੀ ਉਮਰ ਤੰਗ ਕਰਦੀ ਹੁੰਦੀ ਹੈ। ਇਹ ਠੰਡ ਦਾ ਮਹੀਨਾ ਐਸਾ ਹੁੰਦਾ ਹੈ, ਅਤੇ ਇਹਦੇ ਠੰਡ ਤੋਂ ਮਹੀਨੇ ਤੋਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਬਚਣ ਦੇ ਵਾਸਤੇ ਸਾਨੂੰ ਨਾਮ ਰੂਪੀ ਜਿਹੜਾ ਹੈ ਗਹਿਣਾ ਚਾਹੀਦਾ। ਅਤੇ ਨਾਮ ਰੂਪੀ ਗਹਿਣਾ ਕਿਹਨਾਂ ਨੇ ਪਾਇਆ? ਜਿਹੜੇ ਹਰੀ ਦੇ ਪਿਆਰੇ ਹੈ, ਅਤੇ ਜਿਨ੍ਹਾਂ ਨੇ ਪਾ ਲਿਆ ਉਹਨਾਂ ਨੂੰ ਇਹ ਜਿਹੜੀ ਪੋਖ ਦੇ ਮਹੀਨੇ ਦੀ ਠੰਡ ਹੈ ਉਹ ਵਿਆਪਦੀ ਨਹੀਂ, ਲੱਗਦੀ ਨਹੀਂ, ਕਿਉਂਕਿ ਉਹ ਨਾਮ ਜਪ ਕੇ ਅੰਦਰ ਉਹਨਾਂ ਦੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਤਪਸ਼ ਪੈਦਾ ਕਰ ਦਿੰਦੇ ਹੈ ਠੰਡ ਤੋਂ ਬਚਣ ਦੇ ਵਾਸਤੇ। ਅਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦਾ ਜਿਹੜਾ ਨਾਮ ਜਪਦਾ ਨਾ ਗੁਰਮੁਖੋ, ਉਹਨੂੰ ਕਦੇ ਨਾ ਤਾਂ ਠੰਡ ਲੱਗਦੀ ਹੈ ਅਤੇ ਨਾ ਗਰਮੀ ਜਿਹੜੀ ਹਾੜ੍ਹ ਦੇ ਮਹੀਨੇ ਦੇ ਵਿੱਚ ਗਰਮੀ ਪਾਉਂਦੀ ਹੈ। ਇਹ ਨਾਮ ਦੀ ਐਸੀ ਵਡਿਆਈ ਹੈ, ਜਿਨ੍ਹਾਂ ਨੇ ਵੀ ਨਾਮ ਜਪਿਆ ਭਾਈ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ। ਅਤੇ ਇਹ ਪੋਖ ਦੇ ਮਹੀਨੇ ਦੀ ਬਾਬਤ ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਸਾਂਝੇ ਕੀਤੇ ਹੈ। ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਹੋ। ਕਹਿੰਦੇ ਜਿਨ੍ਹਾਂ ਦੇ ਕੰਠ ਨਾਮ ਗਲੇ ਦਾ ਹੁੰਦਾ ਹੈ, ਗਲੇ ਦੇ ਵਿੱਚ ਹਰੀ ਨਾਮ, ਨਾਹੋ ਦਾ ਅਰਥ ਹੈ ਹਰੀ ਦਾ ਨਾਹੋ ਨਾਮ ਮਿਲਿਆ ਹੋਇਆ, ਉਹਨਾਂ ਨੂੰ ਭਾਈ ਠੰਡ ਨਹੀਂ ਵਿਆਪਦੀ। ਨਾਹੋ ਦਾ ਅਰਥ ਪਤੀ ਵੀ ਕਰਦੇ ਹੈ, ਜਾਂ ਜਿਨ੍ਹਾਂ ਨੂੰ ਪੋਹ ਦੇ ਮਹੀਨੇ ਦੇ ਵਿੱਚ ਪ੍ਰਭੂ ਪਰਮੇਸ਼ਰ ਰੂਪ ਪਤੀ ਮਿਲ ਜਾਂਦਾ ਹੈ, ਉਹਨਾਂ ਨੂੰ ਭਾਈ ਠੰਡ ਨਹੀਂ ਵਿਆਪਦੀ। ਅਤੇ ਦੇਖੋ ਅੱਜ ਕੱਲ੍ਹ ਆਪਾਂ ਠੰਡ ਦੇ ਵਿੱਚ ਹਰ ਇੱਕ ਮਨੁੱਖ ਸਾਧਨ ਕਰਦੇ ਆ, ਮੋਟੇ ਮੋਟੇ ਵਸਤਰ ਪਹਿਨਦੇ ਆ, ਅਤੇ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਲੋੜ ਹੀ ਨਹੀਂ ਪੈਂਦੀ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਬਚਿੱਤਰ ਨਾਟਕ ਦੇ ਅੰਦਰ ਪਿਛਲਾ ਅਵਤਾਰ ਦਾ ਲਿਖਿਆ। ਗੁਰਸੰਗਤ ਜੀ, ਆਪਾਂ ਜੇ ਬੁੱਧੀ ਦੀ ਗੱਲ ਕਰੀਏ, ਸਾਨੂੰ ਸਵੇਰ ਦੀ ਗੱਲ ਕੀਤੀ ਹੋਈ ਕਈ ਵਾਰੀ ਸ਼ਾਮ ਨੂੰ ਭੁੱਲ ਜਾਂਦੀ ਹੈ, ਚਾਹੇ ਯਾਦ ਹੀ ਨਹੀਂ ਰਹਿੰਦਾ, ਪਤਾ ਹੀ ਨਹੀਂ ਰਹਿੰਦਾ ਕਿ ਕੀ ਗੱਲ ਕੀਤੀ ਸੀ, ਭੁੱਲ ਜਾਂਦੇ ਆ। ਬਾਅਦ ਦੇ ਵਿੱਚ ਯਾਦ ਕੋਈ ਕਰਾਉਂਦਾ, ਫਿਰ ਕਹਿੰਦੇ ਆ ਮੈਂ ਤਾਂ ਭੁੱਲ ਗਿਆ, ਪਤਾ ਹੀ ਨਹੀਂ ਰਹਿੰਦਾ, ਭੁੱਲ ਜਾਂਦਾ ਬੰਦਾ। ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਸਾਰਾ ਹੀ ਪਿਛਲਾ ਜੀਵਨ ਬਚਿੱਤਰ ਨਾਟਕ ਦੇ ਅੰਦਰ ਲਿਖ ਦਿੱਤਾ। ਸੱਚੇ ਪਾਤਸ਼ਾਹ ਮਹਾਰਾਜ ਜਦੋਂ ਹੇਮਕੁੰਟ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਮਹਾਰਾਜ ਨੇ ਜੋ ਦਮਨ ਰੂਪ ਹੋ ਕਰਕੇ ਜਿਹੜਾ ਤਪ ਕੀਤਾ, ਉਸ ਦੀ ਬਾਬਤ ਮਹਾਰਾਜ ਨੇ ਬਚਨ ਕਹੇ ਹੈ ਆਪਣੀ ਬਾਣੀ ਦੇ ਅੰਦਰ। ਹੇਮਕੁੰਟ ਪਰਬਤ ਹੈ ਜਹਾਂ, ਸਪਤ ਸ੍ਰਿੰਗ ਸੋਭਤ ਹੈ ਤਹਾਂ, ਸਪਤ ਸ੍ਰਿੰਗ ਜੇ ਨਾਮ ਕਹਾਵਾ, ਪੰਡ ਰਾਜ ਜੇ ਜੋਗ ਕਮਾਵਾ, ਤਹ ਹਮ ਅਨਿਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਅਰਾਧੀ। ਮਹਾਰਾਜ ਕਹਿੰਦੇ ਉੱਥੇ ਅਸੀਂ ਭਾਈ ਜੋ ਕਾਲ ਦਾ ਵੀ ਕਾਲ ਭਾਵ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਨੂੰ ਅਸੀਂ ਅਰਾਧਿਆ। ਅਤੇ ਦੇਖੋ ਉੱਥੇ ਪੰਡ ਰਾਜ ਵਰਗਿਆਂ ਨੇ, ਜੋ ਭਾਈ ਸੁਰਜੀਤ ਸਿੰਘ ਜੀ ਸੋਧੀ, ਸੰਤ ਬਾਬਾ ਸੁਰਜੀਤ ਸਿੰਘ ਜੀ ਸੋਧੀ ਜੀ ਹੋਏ ਹੈ, ਉਹਨਾਂ ਨੇ ਇੱਕ ਗ੍ਰੰਥ ਲਿਖਿਆ। ਉਸ ਗ੍ਰੰਥ ਦੇ ਵਿੱਚ ਇਸ ਦਾ ਜ਼ਿਕਰ ਆਉਂਦਾ ਹੈ ਕਿ ਪੰਡ ਰਾਜ, ਜਿਹੜਾ ਪੰਡ ਨਾਮੇ ਇੱਕ ਰਾਜਾ ਹੋਇਆ, ਕਹਿੰਦੇ ਉਹ ਜਗ੍ਹਾ 'ਤੇ ਭਾਵ ਜਿੱਥੇ ਹਜ਼ੂਰ ਸਾਹਿਬ ਦੀ ਜੋ ਮਾਂ ਮਹਾਰਾਜ ਜੋ ਪਾਵਨ ਪਵਿੱਤਰ ਧਰਤੀ ਹੈ, ਵਾਹਿਗੁਰੂ ਹੇਮਕੁੰਟ ਸਾਹਿਬ ਦੀ ਪਵਿੱਤਰ ਧਰਤੀ ਹੈ, ਉਹ ਧਰਤੀ 'ਤੇ ਕਹਿੰਦੇ ਇੰਨਾ ਉਹ ਤਪ ਕੀਤਾ ਅਤੇ ਠੰਡ ਦੇ ਕਰਕੇ ਵਿੱਚ ਹੀ ਗਲ ਗਿਆ ਸੀ, ਇੰਨਾ ਤਪ ਉਹਨੇ ਕੀਤਾ ਕਿ ਉਹ ਠੰਡ ਸਹਾਰ ਨਹੀਂ ਸੀ ਸਕਿਆ। ਅਤੇ ਇੱਕ ਨਹੀਂ ਅਨੇਕਾਂ ਹੀ ਉੱਥੇ ਜੋਗੀਆਂ ਨੇ ਤਪ ਕੀਤਾ ਅਤੇ ਵਿੱਚ ਹੀ ਗਲ ਗਏ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੇ ਇੰਨੀ ਠੰਡ ਦੇ ਵਿੱਚ ਤਪ ਕੀਤਾ ਕਿ ਜਿਹੜਾ ਹੈ ਗੁਰਸੰਗਤ ਜੀ 11 ਵਾਹਿਗੁਰੂ ਮੇਰਾ ਖਿਆਲ 10 ਮਹੀਨੇ ਉੱਥੇ ਠੰਡ ਵਰਦੀ ਹੈ, ਠੰਡ ਪੈਂਦੀ ਹੈ। ਇਤਿਹਾਸਕਾਰ ਲਿਖਦੇ ਆ, ਜਾਂ ਉਹ ਵੀ ਆਪਾਂ ਦੇਖਦੇ ਆ, 10 ਮਹੀਨੇ 9 ਮਹੀਨੇ ਉੱਥੇ ਠੰਡ ਪੈਂਦੀ ਹੈ। ਬਾਕੀ ਦੇ 1-2 ਮਹੀਨੇ ਜਦੋਂ ਗਰਮੀਆਂ ਦਾ ਸਮਾਂ ਆਉਂਦਾ ਨਾ, ਉੱਥੇ ਗਰਮੀਆਂ ਦੀ ਜਦੋਂ ਤਪਸ਼ ਪੈਂਦੀ ਹੈ, ਅਤੇ ਉਹ 3 ਕੁ ਮਹੀਨਿਆਂ ਦੇ ਵਿੱਚ ਜਿਹੜੀ ਬਰਫ਼ ਜੰਮੀ ਹੁੰਦੀ ਹੈ, ਉਹ ਬਰਫ਼ ਢਲ ਜਾਂਦੀ ਹੈ 3 ਕੁ ਮਹੀਨਿਆਂ ਦੇ ਵਿੱਚ। ਅਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਦੇਖੋ ਕਿੰਨਾ ਸਮਾਂ ਉੱਥੇ ਤਪ ਕੀਤਾ। ਅਤੇ ਫਿਰ ਗੁਰੂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਅਵਤਾਰ ਧਾਰਿਆ ਕਲਯੁਗ ਦੇ ਸਮੇਂ ਦੇ ਅੰਦਰ।
ਤੇ ਗਰੀਬ ਨਵਾਜ ਨੇ ਜਦੋਂ ਅਵਤਾਰ ਧਾਰਿਆ ਤੇ ਆਪ ਸੰਗਤ ਨੂੰ ਪਤਾ ਹੈ ਅਨੰਦਪੁਰ ਸਾਹਿਬ ਦਾ ਜਦੋਂ ਕਿਲਾ ਛੱਡਿਆ ਨਾ, ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ 6 ਪੋਹ ਦੀ ਰਾਤ ਸੀ। 6 ਪੋਹ ਦੀ ਰਾਤ ਸੀ। ਇੰਨਾ ਔਖਾ ਪੈਂਡਾ, ਜਿਸ ਪੈਂਡੇ ਤੇ ਸਤਿਗੁਰੂ ਚੱਲ ਰਹੇ ਹੈ। ਕੱਲਾ ਪੈਂਡਾ ਹੀ ਕਠਿਨ ਨਹੀਂ, ਕੱਲਾ ਪੈਂਡਾ ਹੀ ਔਖਾ ਨਹੀਂ, ਉਹ ਤਪਸ਼ ਵੀ ਇੰਨੀ, ਵਾਹਿਗੁਰੂ ਠੰਡ ਵੀ ਇੰਨੀ ਵਰਦੀ ਹੈ, ਅੰਦਰ ਚੀਰਦੀ ਜਾਂਦੀ ਹੈ। ਤੇ ਧੰਨ ਬਾਲ ਕਲਗੀਆਂ ਵਾਲੇ ਪਿਤਾ ਬਾਲਾ ਪ੍ਰੀਤਮ ਦੇ ਧੰਨ ਸਾਹਿਬਜ਼ਾਦੇ ਜਿਨ੍ਹਾਂ ਨੇ ਗੁਰਸੰਗਤ ਜੀ ਉਸ ਵਕਤ ਪਿਤਾ ਗੁਰੂ ਦੇ ਨਾਲ ਚੱਲੇ। ਤੇ 7 ਪੋਹ ਦੇ ਦਿਨ ਦੇ ਵਿੱਚ ਜਦੋਂ ਅੰਮ੍ਰਿਤ ਵੇਲਾ ਹੋਇਆ 7 ਪੋਹ ਨੂੰ, ਤੇ ਮਹਾਰਾਜ ਸਰਸਾ ਨਦੀ ਦੇ ਕਿਨਾਰੇ ਜਾਂਦੇ ਆ। ਸਰਸਾ ਨਦੀ ਦੇ ਕਿਨਾਰੇ ਗੁਰਸੰਗਤ ਜੀ ਜਾ ਕੇ ਨਾ, ਤੇ ਮਹਾਰਾਜ ਨੇ ਕੋਈ ਉੱਥੇ ਅੱਗ ਨਹੀਂ ਸੇਕੀ, ਉੱਥੇ ਜਾ ਕੇ ਕੋਈ ਪ੍ਰਬੰਧ ਨਹੀਂ ਕੀਤਾ ਕਿ ਠੰਡ ਬੜੀ ਹੈ ਕਿ ਆਪਾਂ ਪ੍ਰਬੰਧ ਕਰ ਲਈਏ ਕੋਈ ਨਾ ਕੋਈ, ਨਹੀਂ। ਤੇ ਮਹਾਰਾਜ ਨੇ ਕੀ ਕੀਤਾ ਫਿਰ? ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ। ਤੇ ਆਪਾਂ ਰਜਾਈਆਂ 'ਚ ਬੈਠੇ ਵੀ ਵਾਹਿਗੁਰੂ ਦਾ ਸਿਮਰਨ ਨਹੀਂ ਕਰ ਸਕਦੇ। ਰਜਾਈਆਂ 'ਚ ਬੈਠੇ ਹੀ ਕਹਿੰਦੇ ਆ ਕਿ ਚੱਲ ਕੋਈ ਨਹੀਂ ਪੁੱਤਰਾ, ਅੱਜ ਦਾ ਦਿਨ ਸੌਂ ਜਾ, ਕੱਲ੍ਹ ਨੂੰ ਚਲੇ ਜਾਵਾਂਗੇ ਗੁਰੂ ਘਰ, ਫਿਰ ਕੀ ਹੈ। ਤੇ ਆਪਾਂ ਦੇਖੋ ਆਪਣੇ ਬੱਚਿਆਂ ਨੂੰ, ਹਰ ਇੱਕ ਹੀ ਇਹ ਇੱਛਾ ਹੁੰਦੀ ਹੈ ਕਿ ਬੱਚਿਆਂ ਨੂੰ ਬੜਾ ਸਾਂਭ ਕੇ ਰੱਖਦੇ ਆ। ਉਹ ਧੰਨ ਪਿਤਾ ਕਲਗੀਆਂ ਵਾਲਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਗੁਰਸੰਗਤ ਜੀ ਆਪਣਾ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ, ਪਰਵਾਹ ਨਹੀਂ ਸੀ ਕੀਤੀ। ਆਸਾ ਜੀ ਦੀ ਵਾਰ ਦਾ ਕੀਰਤਨ ਕਰ ਰਹੇ ਹੈ। ਐਸੇ ਦੀਨ ਦਿਆਲ ਸਤਿਗੁਰੂ ਜਦੋਂ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਆ, ਤੇ ਉਦੋਂ ਜਿਹੜਾ ਡੱਡੀ ਰਾਜ ਸੀ ਨਾ ਗੁਰਸੰਗਤ ਜੀ, ਉਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਤੇ ਦੇਖੋ ਚੜ੍ਹ ਕੇ ਆਇਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਵੀ ਆਸਾ ਜੀ ਦੀ ਵਾਰ ਦਾ ਜਿਹੜਾ ਕੀਰਤਨ ਨਹੀਂ ਸੀ ਤਿਆਗਿਆ। ਤੇ ਭਾਈ ਉਦੈ ਸਿੰਘ ਉਹਨਾਂ ਦੇ ਨਾਲ ਜੰਗ ਲੜੀ ਆ, ਉਹ ਗੁਰੂ ਕੇ ਸਿੱਖ ਨੇ। ਤੇ ਗੁਰਸੰਗਤ ਜੀ ਇੱਥੇ ਗੱਲ ਕੀਤੀ ਹੈ, ਪੋਖ ਤੁਖਾਰ ਨਾ ਵਿਆਪੀ, ਕਹਿੰਦੇ ਉਹਨਾਂ ਨੂੰ ਠੰਡ ਨਹੀਂ ਵਿਆਪਦੀ, ਠੰਡ ਨਹੀਂ ਲੱਗਦੀ। ਭਾਵ ਕਿਉਂ ਨਹੀਂ ਲੱਗਦੀ ਠੰਡ? ਕਿਉਂਕਿ ਉਹਨਾਂ ਦੇ ਅੰਗ ਸੰਗ ਗੁਰੂ ਹੋ ਜਾਂਦਾ ਹੈ। 4 ਸਾਹਿਬਜ਼ਾਦਿਆਂ ਦੀ ਬਾਬਤ ਆਪਾਂ ਪੜ੍ਹਦੇ ਆ, ਉਹਨਾਂ ਦੇ ਵਿੱਚੋਂ ਜਿਹੜੇ ਛੋਟੇ ਸਾਹਿਬਜ਼ਾਦੇ 2 ਹੈ, ਮਾਤਾ ਗੁਜਰ ਕੌਰ ਦੇ ਨਾਲ ਜਿਹੜਾ ਗੰਗੂ ਬਾਬੀ ਸੀ। ਗੰਗੂ ਬਾਬੀ ਨੇ ਜਿਹੜਾ ਤੁਰਕਾਂ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਪਕੜਾ ਦਿੱਤਾ ਸੀ। ਤੇ ਗੁਰਸੰਗਤ ਜੀ 3 ਦਿਨ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ। ਤੇ ਕਹਿੰਦੇ ਉਹ ਐਸਾ ਠੰਡਾ ਬੁਰਜ ਸੀ ਨਾ ਕਿ 4 ਚੁਫੇਰੇ ਉਹਦੇ ਪਾਣੀ ਪਾਣੀ ਸੀ। ਤੇ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਆਪਾਂ ਗੱਲ ਕਰ ਲਈਏ, ਹਾੜ ਦੇ ਸਮੇਂ ਦੇ ਵਿੱਚ ਆਪਾਂ ਘਰਾਂ ਦੇ ਵਿੱਚ ਏਸੀ ਲਾ ਕੇ ਸੌਂਦੇ ਆ ਨਾ, ਏਸੀ ਲਾ ਕੇ ਤੇ ਕਮਰਾ ਠੰਡਾ ਹੋ ਜਾਂਦਾ ਹੈ। ਤੇ ਉਹ ਠੰਡਾ ਬੁਰਜ ਔਰੰਗਜ਼ੇਬ ਨੇ ਇਸ ਕਰਕੇ ਹੀ ਰੱਖਿਆ ਸੀ। ਉਹ ਗਰਮੀਆਂ ਦੇ ਸਮੇਂ ਦੇ ਵਿੱਚ ਉੱਥੇ ਆਰਾਮ ਕਰਿਆ ਕਰਦਾ, ਸੌਂਦਾ ਸੀ। ਤੇ ਐਸਾ ਸਮਾਂ ਧੰਨ ਮਾਤਾ ਗੁਜਰ ਕੌਰ ਦੇ ਪੁੱਤਰਿਆਂ ਨੇ, ਬਾਬਾ ਜੁਝਾਰ ਸਿੰਘ ਤੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਵਰਗਿਆਂ ਨੇ ਗੁਰਸੰਗਤ ਜੀ, ਜਿਹੜਾ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਜੰਗ ਦੇ ਮੈਦਾਨ ਦੇ ਵਿੱਚ ਲੜ ਰਹੇ ਆ। ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਦੇ ਨਾਲ ਠੰਡੇ ਬੁਰਜ ਦੇ ਵਿੱਚ ਹੈ। ਕਿੱਡੀ ਕਿੱਡੀ ਰਾਤ ਠੰਡੀ ਹੈ, ਕਿੱਡੀ ਰਾਤ ਠੰਡੀ ਹੈ ਗੁਰਸੰਗਤ ਜੀ। ਦਿਨ ਦਾ ਇੰਨੀ ਜਦੋਂ ਹਵਾ ਪੈਂਦੀ ਹੈ ਇੱਕੋਦਮ ਸਰੀਰ ਨੂੰ ਚੀਰਦੀ ਜਾਂਦੀ ਹੈ। ਤੇ ਮਾਤਾ ਗੁਜਰ ਕੌਰ ਵੀ ਧੰਨ ਸੀ, ਜਿਹਨੇ ਆਪਣੇ ਪੁੱਤਰਿਆਂ ਦਾ ਜਿਹੜਾ ਹਿਰਦਾ ਉਹ ਜਿਹੜਾ ਡਿੱਗਣ ਨਹੀਂ ਦਿੱਤਾ, ਉਹ ਆਪਣੇ ਧਰਮ ਤੇ ਪ੍ਰਪੱਕ ਰਹੇ ਹੈ। ਇਹ ਉਹ ਲਾਲਾਂ ਦੀ ਕਮਾਈ ਹੈ। ਕਮਾਈ ਤਾਂ ਕਰਕੇ ਹੈ ਕਿਉਂਕਿ ਉਹਨਾਂ ਨੇ ਨਾਮ ਰੂਪੀ ਗਹਿਣਾ ਆਪਣੇ ਹਿਰਦੇ ਅੰਦਰ, ਆਪਣੇ ਅੰਤਸ਼ਕਰਨ ਰੂਪੀ ਕੰਠ ਦੇ ਨਾਲ ਬੰਨ੍ਹ ਲਿਆ ਹੈ। ਤੇ ਕਹਿੰਦੇ ਜਿਨ੍ਹਾਂ ਨੇ ਬੰਨ੍ਹ ਲਿਆ ਉਹਨਾਂ ਨੂੰ ਭਾਈ ਪੋਹ ਦਾ ਮਹੀਨਾ ਜਿਹੜਾ ਵਿਆਪਦਾ ਨਹੀਂ ਹੈ। ਮਨ ਬੇਦਿਆ ਚਰਨਾਲ ਬਿੰਦ ਦਰਸ਼ਨ ਲਗੜਾ ਸਾਹ। ਅਤੇ ਉਹਨਾਂ ਨੂੰ ਫਿਰ ਜਿਹੜਾ ਦਰਸ਼ਨ ਹੈ ਨਾ, ਕਹਿੰਦੇ ਲੱਗੜਾ ਸਾਹੋ, ਸਾਹੋ ਪਰਮੇਸ਼ਰ ਦਾ ਜਿਹੜਾ ਦਰਸ਼ਨ ਉਹ ਫਿਰ ਸੋਭਾ ਵਾਲਾ ਲੱਗਦਾ ਹੈ। ਤੇ ਗੁਰਸੰਗਤ ਜੀ ਉਹਨਾਂ ਦਾ ਜਿਹੜਾ ਮਨ ਵਿਧਿਆ ਚਰਨਾਰ ਬਿੰਦ, ਚਰਨਾਂ ਦੇ ਨਾਲ ਬਿੰਨਿਆ ਜਾਂਦਾ ਹੈ। ਉਹਨਾਂ ਦਾ ਮਨ ਕਿਵੇਂ ਬਿੰਨਿਆ ਜਾਂਦਾ? ਤੇ ਗੁਰੂ ਅਰਜਨ ਦੇਵ ਮਹਾਰਾਜ ਤੋਂ ਪੁੱਛੀਏ ਆਪਾਂ, ਮਹਾਰਾਜ ਗੁਰਸਿੱਖਾਂ ਦਾ ਮਨ ਕਿਵੇਂ ਬਿੰਨਿਆ ਜਾਂਦਾ ਹੈ? ਤੇ ਮਹਾਰਾਜ ਨੇ ਬਾਣੀ ਉਚਾਰਨ ਕੀਤੀ। ਮਹਾਰਾਜ ਕਹਿੰਦੇ ਜਾਓ ਮਛਲੀ ਬਿਨ ਪਾਣੀ ਐ, ਕਿਉ ਜੀਵਨ ਪਾਵੈ, ਬੂੰਦ ਵਿਹੂਣਾ ਚਾਤ੍ਰਿਕੋ
ਕਿਉ ਕਰ ਤ੍ਰਿਪਤਾਵੈ। ਨਾਦ ਕੁਰੰਕਹਿ ਵਿਦਿਆ ਸਨਮੁਖ ਉਠ ਧਾਵੈ। ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੈ। ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ। ਇਸ ਤਰ੍ਹਾਂ ਕਹਿੰਦੇ ਸੰਤਾਂ ਦੀ ਪ੍ਰੀਤੀ ਪ੍ਰਭੂ ਦੇ ਨਾਲ ਹੈ। ਜਿਉ ਮਛਲੀ ਬਿਨ ਪਾਣੀ ਹੈ, ਜਿਵੇਂ ਮੱਛੀ ਦਾ ਪਾਣੀ ਦੇ ਨਾਲ ਪ੍ਰੇਮ ਹੁੰਦਾ ਹੈ। ਨਾਦ ਕੁਰੰਕ ਹੈ ਵਿਦਿਆ ਸਨਮੁਖ ਉਠ ਧਾਵੈ। ਗੁਰਸੰਗਤ ਜੀ, ਇਹ ਧੰਨ ਉਹ ਮਹਾਂਪੁਰਖ ਹੁੰਦੇ ਹੈ ਜਿਨ੍ਹਾਂ ਦਸੰਦੜਿਆਂ ਦੁਰਮਤ ਵੱਜੈ ਮਿੱਤਰ ਅਸਾਡੜੇ ਸੇ। ਐਸੀ ਉਹਨਾਂ ਦੀ ਕਮਾਈ ਹੋ ਜਾਂਦੀ ਹੈ, ਉਹਨਾਂ ਦੇ ਦਰਸ਼ਨ ਕਰਦਿਆਂ ਸਾਰ ਸਾਡੀ ਖੋਟੀ ਮੱਤ ਨਾਸ ਹੋ ਜਾਂਦੀ ਹੈ। ਤੇ ਉਹਨਾਂ ਨੂੰ ਵੀ ਇੱਕ ਪ੍ਰੀਤੀ ਮੇਰੇ ਸਾਹਾ ਅਕਾਲ ਪੁਰਖ ਪ੍ਰਮਾਤਮਾ ਦੀ ਹੈ। ਮੇਰੇ ਸਾਹਾ ਮਹਾਰਾਜ ਦੀ ਬਚਨ ਆਉਂਦੇ ਆ, ਮੇਰੇ ਸਾਹਾ ਹਰ ਬਿਨ ਰਹਿ ਨਾ ਸਕਈ। ਮਹਾਰਾਜ ਮੇਰੇ ਸਾਹਾ ਮੈਂ ਹਰੀ ਤੇਰੇ ਤੋਂ ਬਿਨਾਂ ਰਹਿ ਨਹੀਂ ਸਕਦਾ। ਮਹਾਰਾਜ ਕਿਰਪਾ ਕਰ ਮੇਰੇ ਤੇ, ਮੈਂ ਤੇਰੇ ਦਰਸ਼ਨਾਂ ਤੋਂ ਬਿਨਾਂ ਨਹੀਂ ਵਾਂਝਾ ਨਹੀਂ ਰਹਿ ਸਕਦਾ। ਤੇ ਦਰਸ਼ਨਾਂ ਦੀ ਇੰਨੀ ਤਾਂਘ ਹੁੰਦੀ ਹੈ ਗੁਰਸੰਗਤ ਜੀ, ਪਾਲਾ ਕੱਕਰ ਬਰਫ ਵਰਸੈ ਭੀ ਗੁਰ ਦੇਖਣ ਜਾਈ। ਕਹਿੰਦੇ ਕਿੰਨਾ ਵੀ ਪਾਲਾ ਹੋਵੇ, ਕੱਕਰ ਵੀ ਕਿਉਂ ਨਾ ਵਰਸਦਾ ਹੋਵੇ, ਇੰਨੀ ਠੰਡ ਹੋਵੇ ਤੇ ਫਿਰ ਵੀ ਗੁਰੂ ਕਾ ਸਿੱਖ ਗੁਰੂ ਦੇ ਦਰਸ਼ਨਾਂ ਨੂੰ ਜਾਂਦਾ ਹੈ। ਉਹਦੇ ਅੰਦਰ ਇਹ ਤਪਸ਼, ਗਰਮੀ ਦੀ ਤਪਸ਼ ਨਹੀਂ ਲੱਗਦੀ, ਠੰਡ ਨਹੀਂ ਲੱਗਦੀ ਉਹਨੂੰ ਕਿਸੇ ਤਰ੍ਹਾਂ ਵੀ। ਉਹਨੂੰ ਬਸ ਦਰਸ਼ਨਾਂ ਦਾ ਪ੍ਰੇਮ ਰਹਿੰਦਾ, ਪਿਆਸ ਰਹਿੰਦੀ ਹੈ। ਬਬੀਹੇ ਦੇ ਵਾਂਗ ਜਿਵੇਂ ਬਬੀਹਾ ਸਵਾਂਤੀ ਬੂੰਦ ਨੂੰ ਚੱਖਣ ਦੇ ਵਾਸਤੇ ਲੋਚਦਾ ਰਹਿੰਦਾ ਹੈ ਨਾ, ਲੋਚਦਾ ਰਹਿੰਦਾ ਹੈ। ਤੇ ਗੁਰੂ ਕਾ ਸਿੱਖ ਵੀ ਫਿਰ ਦਰਸ਼ਨਾਂ ਨੂੰ ਲੋਚਦਾ ਰਹਿੰਦਾ ਕਿ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰ ਦੇ, ਮੈਂ ਤੇਰੇ ਦਰਸ਼ਨ ਕਰਨੇ ਆ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਪਾਵਨ ਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਕਥਨ ਕਰਦੇ ਆ, ਮਨ ਵਿਦਿਆ ਚਰਨਾਰ ਬਿੰਦ। ਕਹਿੰਦੇ ਉਹਨਾਂ ਦਾ ਜਿਹੜਾ ਮਨ ਵਾਹਿਗੁਰੂ ਦੇ ਚਰਨਾਰ ਬਿੰਦ, ਚਰਨਾਂ ਦੇ ਵਿੱਚ ਬਿੰਨਿਆ ਜਾਂਦਾ ਹੈ। ਗੁਰਸੰਗਤ ਜੀ, ਜੇ ਇਤਿਹਾਸ ਦੇ ਅੰਦਰ ਨਜ਼ਰ ਮਾਰੀਏ ਨਾ, ਤੇ ਧੰਨ ਬਾਬਾ ਬੁੱਢਾ ਜੀ ਮਹਾਂਪੁਰਖ, ਜਿਨ੍ਹਾਂ ਦਾ ਮਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬਿੰਨਿਆ ਗਿਆ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਕੱਥੂ ਨੰਗਲ ਦੇ ਵਿੱਚ ਗਏ ਹੈ, ਕੱਥੂ ਨੰਗਲ ਦੇ ਵਿੱਚ ਜਦੋਂ ਮਹਾਰਾਜ ਗਏ ਤੇ ਬਾਬਾ ਬੁੱਢਾ ਜੀ ਦਾ ਉੱਥੇ ਗ੍ਰਹਿ ਆ, ਉੱਥੇ ਘਰ ਸੀ, ਪਰਿਵਾਰ ਦੇ ਨਾਲ ਰਹਿੰਦੇ ਆ। ਤੇ ਇਹਨਾਂ ਦਾ ਨਾਮ ਪਹਿਲਾਂ ਭਾਈ ਬੂੜਾ ਸੀ। ਭਾਈ ਬੂੜਾ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਕੱਥੂ ਨੰਗਲ ਗਏ ਤੇ ਇਹ ਬੱਕਰੀਆਂ ਚਾਰ ਰਿਹਾ। ਇਤਿਹਾਸ ਦੇ ਅੰਦਰ ਹੋਇਆ, ਕਈ ਕਿਸੇ ਨੇ ਮੱਝਾਂ ਵੀ ਲਿਖਿਆ, ਪਰ ਜ਼ਿਆਦਾਤਰ ਵਿਦਵਾਨਾਂ ਨੇ ਬੱਕਰੀਆਂ ਦਾ ਜ਼ਿਕਰ ਕੀਤਾ ਹੈ। ਬਾਬਾ ਬੁੱਢਾ ਜੀ, ਭਾਈ ਬੂੜਾ ਬੱਕਰੀਆਂ ਚਾਰ ਰਹੇ ਹੈ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਭਾਈ ਮਰਦਾਨੇ ਨੂੰ, ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਕਿ ਜਾ ਭਾਈ ਮਰਦਾਨੇ ਉਹ ਬੱਚੇ ਨੂੰ ਬੁਲਾ ਕੇ ਲੈ ਕੇ ਆ। ਤੇ ਗੁਰਸੰਗਤ ਜੀ, ਜਦੋਂ ਭਾਈ ਮਰਦਾਨੇ ਨੇ ਜਾ ਕੇ ਭਾਈ ਬੂੜੇ ਨੂੰ ਕਿਹਾ ਕਿ ਗੁਰਸਿੱਖਾ ਜਾ, ਤੈਨੂੰ ਗੁਰੂ ਨਾਨਕ ਦੇਵ ਮਹਾਰਾਜ ਬੁਲਾਉਂਦੇ ਆ, ਤੇ ਆਏ ਆ। ਤੇ ਮਹਾਰਾਜ ਨੇ ਇੰਨਾ ਹੀ ਜਿਹੜਾ ਜ਼ਿਕਰ ਕੀਤਾ ਕਿ ਆ ਜਿਹੜੀਆਂ ਬੱਕਰੀਆਂ ਚਾਰਦਾ ਤੂੰ ਆਪਣੀਆਂ ਚਾਰਦਾ ਜਾਂ ਬਗਾਨੀਆਂ ਨੇ? ਕਹਿੰਦਾ ਮਹਾਰਾਜ ਕੁਝ ਕੁ ਤਾਂ ਬੱਕਰੀਆਂ ਮੈਂ ਆਪਣੀਆਂ ਚਾਰਦਾ, ਕੁਝ ਕੁ ਬਗਾਨੀਆਂ ਨੇ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਹੋਰ ਕੋਈ ਵਚਨ ਨਹੀਂ ਕੀਤਾ। ਤੇ ਮਹਾਰਾਜ ਕਹਿੰਦੇ ਚੰਗਾ ਫਿਰ ਭਾਈ ਚਲਾ ਜਾ। ਉਸ ਵਕਤ ਬਾਬਾ ਬੁੱਢਾ ਜੀ ਨੇ ਆਖਿਆ, ਮਹਾਰਾਜ ਜੇ ਮੈਨੂੰ ਇੰਨਾ ਹੀ ਕੰਮ ਸੀ ਤੇ ਬੁਲਾਇਆ ਕਾਹਤੋਂ? ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਚੁੱਪ ਰਹੇ ਆ। ਭਾਈ ਮਰਦਾਨੇ ਨੇ ਵੀ ਇਹੀ ਜਵਾਬ ਜਿਹੜਾ ਪੁੱਛਿਆ ਸੀ। ਮਹਾਰਾਜ ਕਹਿੰਦੇ ਭਾਈ ਮਰਦਾਨਿਆ, ਇਹਨੂੰ ਸਾਡੇ ਦਰਸ਼ਨਾਂ ਦੀ ਚਿਨਕ ਲੱਗ ਗਈ ਹੈ। ਤੇ ਆ ਦੇਖ, ਇਹ ਦੀਵਾ ਪਹਿਲਾਂ ਹੀ ਤਿਆਰ ਹੋਇਆ ਪਿਆ ਸੀ, ਤੇ ਬਸ ਇੱਕ ਬੱਤੀ ਲਾਉਣ ਦੀ ਲੋੜ ਸੀ। ਸਾਡੇ ਦਰਸ਼ਨਾਂ ਰੂਪੀ ਬੱਤੀ ਲੱਗ ਗਈ ਹੈ, ਤੇ ਹੁਣ ਦੇਖੀਏ ਫਲ ਕਿੰਨਾ ਪਾਉਂਦਾ। ਗੁਰਸੰਗਤ ਜੀ, ਜਦੋਂ ਦੂਸਰਾ ਦਿਨ ਹੋਇਆ ਤੇ ਬਾਬਾ ਬੁੱਢਾ ਜੀ ਨੂੰ ਨੀਂਦ ਨਹੀਂ ਆਈ ਸਾਰੀ ਰਾਤ। ਗੁਰੂ ਦੇ ਦਰਸ਼ਨਾਂ ਦੀ ਤਾਂਘ ਇੰਨੀ ਲੱਗੀ ਹੈ ਕਿ ਮਹਾਰਾਜ ਦੇ ਮੈਂ ਜਾ ਕੇ ਦਰਸ਼ਨ ਕਰਾਂ। ਅੰਮ੍ਰਿਤ ਵੇਲਾ ਹੁੰਦਿਆਂ ਸਾਰੀ ਇੱਕ ਹੱਥ ਦੇ ਵਿੱਚ ਲੱਸੀ ਫੜੀ ਹੈ ਤੇ ਹੋਰ ਪਦਾਰਥ ਲੈ ਕੇ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ ਚਲੇ ਗਏ। ਤੇ ਜਾ ਕੇ ਮਹਾਰਾਜ ਦੇ ਜਦੋਂ ਦਰਸ਼ਨ ਕੀਤੇ ਹੈ ਨਾ, ਦਰਸ਼ਨ ਦੇਖਦਿਆਂ ਸਾਰ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕੀਤੇ। ਤੇ ਬਾਬਾ ਬੁੱਢਾ ਜੀ ਨੇ ਜਦੋਂ ਮਹਾਰਾਜ ਨੂੰ ਆਖਿਆ ਕਿ ਮਹਾਰਾਜ ਕਿਰਪਾ ਕਰੋ, ਆ ਮੈਂ ਕੁਝ ਪਦਾਰਥ ਲੈ ਕੇ ਆਇਆ, ਲੱਸੀ ਲੈ ਕੇ ਆਇਆ, ਆਪ ਛਕੋ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਬੁੱਢਿਆ, ਵਾਹਿਗੁਰੂ ਭਾਈ ਬੂੜੇ
ਤੇਰਾ ਪਰਿਵਾਰ ਲੜੇਗਾ, ਤੇਰਾ ਪਰਿਵਾਰ ਗੁੱਸੇ ਹੋਏਗਾ, ਤੂੰ ਬਿਨਾਂ ਦੱਸੇ ਤੋਂ ਸਾਡੇ ਕੋਲੇ ਚੱਲ ਕੇ ਆ ਗਿਆ, ਜਾ ਘਰੇ ਚਲਾ ਜਾ, ਤੈਨੂੰ ਝਿੜਕਾਂ ਪੈਣਗੀਆਂ। ਦੇਖੋ ਇੰਨਾ ਜਿਹੜਾ ਪ੍ਰੇਮ ਗੁਰੂ ਦੇ ਨਾਲ ਗੁਰਸੰਗਤ ਜੀ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਭਾਈ ਬੂੜਾ ਆਖਣ ਲੱਗਾ, ਮਹਾਰਾਜ ਜਿਹੜੀਆਂ ਤੁਸੀਂ ਝਿੜਕਾਂ ਮਾਰ ਰਹੇ ਹੋ ਆਪਣੇ ਦਰਸ਼ਨ ਦੇ ਕੇ, ਆਪਣੀ ਗਲਵਕੜੀ ਦੇ ਵਿੱਚ ਲੈ ਕੇ, ਤੇ ਹੁਣ ਕਹਿੰਦੇ ਤੂੰ ਘਰੇ ਚਲਾ ਜਾ। ਮਹਾਰਾਜ ਇਹੋ ਜਿਹੀਆਂ ਝਿੜਕਾਂ ਹੋਰ ਕਿਹਨੇ ਮਾਰਨੀਆਂ ਨੇ। ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਦੂਸਰਾ ਬਚਨ ਸਾਂਝਾ ਕੀਤਾ ਤੇ ਇਹ ਬਚਨ ਹੋਏ ਸੀ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੂੰ ਭਾਈ ਬੂੜੇ ਨੇ ਆਖਿਆ, ਮਹਾਰਾਜ ਇੱਕ ਵਾਰੀ ਮੈਂ ਸੋਚਿਆ ਮੇਰੀ ਮਾਤਾ ਮਹਾਰਾਜ ਲੱਕੜਾਂ ਬਾਲ ਰਹੀ ਸੀ। ਸੱਚੇ ਪਾਤਸ਼ਾਹ ਜਿਹੜੀਆਂ ਛੋਟੀਆਂ ਲੱਕੜਾਂ ਸੀ ਨਾ ਬੜੀ ਛੇਤੀ ਬਲਦੀਆਂ ਨੇ, ਤੇ ਵੱਡੀਆਂ ਲੱਕੜਾਂ ਸੱਚੇ ਪਾਤਸ਼ਾਹ ਉਹ ਬਹੁਤ ਜ਼ਿਆਦਾ ਕਠਿਨ ਉਹਨਾਂ ਨੂੰ ਅੱਗ ਲੱਗਦੀ ਹੈ। ਤੇ ਮੇਰੇ ਮਨ ਦੇ ਵਿੱਚ ਇਹੀ ਆਇਆ, ਮਹਾਰਾਜ ਆ ਸਰੀਰ ਰੂਪੀ ਜਿਹੜਾ ਹੈ ਇਹ ਲੱਕੜਾਂ, ਉਮਰਾਂ ਰੂਪੀ ਜਿਹੜੀ ਲੱਕੜਾਂ, ਇਹਨੇ ਛੇਤੀ ਚਲੇ ਜਾਣਾ ਸੰਸਾਰ ਦੇ ਵਿੱਚੋਂ, ਪਤਾ ਨਹੀਂ ਕਦੋਂ ਕਾਲ ਆ ਜਾਣਾ, ਕਦੋਂ ਚਲਾ ਜਾਣਾ, ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ ਪਤਾ ਨਹੀਂ। ਬਚਪਨ ਦੇ ਵਿੱਚ ਮਨੁੱਖ ਨੇ ਚਲਾ ਜਾਣਾ, ਜਵਾਨੀ ਦੇ ਵਿੱਚ ਜਾਣਾ, ਬੁਢੇਪੇ ਦੇ ਵਿੱਚ ਜਾਣਾ, ਕੀ ਪਤਾ ਕਦੋਂ ਜਾਣਾ। ਮਹਾਰਾਜ ਪਤਾ ਨਹੀਂ ਕਦੋਂ ਸਰੀਰ ਨੇ, ਇਹ ਕਾਲ ਨੇ ਲੈ ਜਾਣਾ ਸਰੀਰ ਨੂੰ। ਤੇ ਬਾਬਾ ਬੁੱਢਾ ਜੀ ਨੂੰ ਉਸ ਵਕਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ ਸਨ ਕਿ ਤੂੰ ਭਾਈ ਬੂੜਾ ਨਹੀਂ, ਤੂੰ ਤਾਂ ਬੜੇ ਬੁੱਢਿਆਂ ਦੇ ਵਾਂਗ ਗੱਲਾਂ ਕਰਦਾ। ਤੇ ਅੱਜ ਤੱਕ ਆਪਾਂ ਬਾਬਾ ਬੁੱਢਾ ਜੀ ਨੂੰ ਬਾਬਾ ਬੁੱਢਾ ਜੀ ਦੇ ਨਾਮ ਤੇ ਯਾਦ ਕਰਦੇ ਹਾਂ, ਕੋਈ ਭਾਈ ਬੂੜਾ ਨਹੀਂ ਕਹਿੰਦਾ, ਬਾਬਾ ਬੁੱਢਾ ਜੀ ਕਹਿੰਦੇ ਆ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਹੋਏ। ਤੇ ਗੁਰਸੰਗਤ ਜੀ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਵਰ ਦਿੱਤਾ ਸੀ ਕਿ ਬਾਬਾ ਬੁੱਢਾ ਜੀ ਅਸੀਂ ਕਿਹੜੇ ਵੀ ਰੂਪ ਦੇ ਵਿੱਚ ਹੋਈਏ ਤੇ ਤੈਥੋਂ ਕਦੇ ਓਹਲੇ ਨਹੀਂ ਹੋਵਾਂਗੇ, ਤੈਥੋਂ ਕਦੇ ਓਹਲੇ ਨਹੀਂ ਹੋਵਾਂਗੇ। ਜਿਨ੍ਹਾਂ ਨੂੰ ਪ੍ਰੀਤੀ ਗੁਰੂ ਚਰਨਾਂ ਦੀ ਲੱਗ ਜਾਂਦੀ ਹੈ, ਗੁਰੂ ਉਹਨਾਂ ਤੋਂ ਕਦੇ ਓਹਲੇ ਨਹੀਂ ਹੁੰਦਾ। ਭਾਵੇਂ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਗੱਲ ਕਰੀਏ, ਗੁਰੂ ਅਮਰਦਾਸ ਮਹਾਰਾਜ ਦੀ ਗੱਲ ਕਰੀਏ, ਤੇ ਆਦਿ 6 ਗੁਰੂ ਜਿਹੜੇ ਹੋਏ ਹੈ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੱਕ ਐਡੀ ਵਡਿਆਈ ਗੁਰੂ ਨਾਨਕ ਦੇਵ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਦਿੱਤੀ ਹੈ ਕਿ 6 ਗੁਰੂਆਂ ਤੱਕ ਤਿਲਕ ਦੀ ਸੇਵਾ ਬਾਬਾ ਬੁੱਢਾ ਜੀ ਨੇ ਲਈ ਹੈ। ਕੈਸੀ ਗੁਰਸਿੱਖਾਂ ਦੀ ਵਡਿਆਈ। ਗੁਰਸੰਗਤ ਜੀ, ਉਹਨਾਂ ਦੇ ਜਿਵੇਂ ਆਪਾਂ ਬਚਨ ਪੜ੍ਹਦੇ ਆ ਨਾ, ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ, ਉਹਨਾਂ ਦੇ ਵੱਡੇ ਭਾਗ ਹੁੰਦੇ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਹਰੀ ਦਾ ਨਾਮ ਵਾਸਾ ਕਰ ਜਾਂਦਾ ਹੈ। ਤੇ ਧੰਨ ਬਾਬਾ ਬੁੱਢਾ ਜੀ ਨੇ ਗੁਰੂ ਚਰਨਾਂ ਦੇ ਅੰਦਰ ਹੀ ਆਪਣਾ ਜਿਹੜਾ ਸਰੀਰ ਹੈ ਤਿਆਗਿਆ ਸੀ। ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹਰਗੋਬਿੰਦਪੁਰੇ ਦੀ ਜੰਗ ਮਹਾਰਾਜ ਨੇ ਫਤਿਹ ਕੀਤੀ ਹੈ, ਸੰਗਤਾਂ ਗਈਆਂ ਨੇ ਮਹਾਰਾਜ ਦੇ ਬਾਬਾ ਬੁੱਢਾ ਜੀ ਦੇ ਕੋਲੇ, ਸਾਰੀ ਵਾਰਤਾ ਦੱਸੀ। ਤੇ ਬਾਬਾ ਬੁੱਢਾ ਜੀ ਦੇ ਮਨ ਦੇ ਵਿੱਚ ਵੀ ਆਇਆ ਕਿ ਕਿਉਂ ਨਾ ਹੁਣ ਆਪਾਂ ਵੀ ਦਰਸ਼ਨ ਕਰੀਏ, ਬਹੁਤਾ ਸਮਾਂ ਹੋ ਗਿਆ। ਤੇ ਦੇਖੋ ਆਪਣੇ ਗੁਰੂ ਕੇ ਸਿੱਖਾਂ ਨੂੰ ਨਾਲ ਲੈ ਕੇ ਤੇ ਇਹ ਵੀ ਜ਼ਿਕਰ ਆਉਂਦਾ, ਕਹਿੰਦੇ ਭਾਈ ਗੁਰਦਾਸ ਸਾਹਿਬ ਜੀ ਵੀ ਉਸ ਵਕਤ ਨਾਲ ਸਨ, ਨਾਲ ਲੈ ਕੇ ਬਾਬਾ ਬੁੱਢਾ ਜੀ ਗਏ ਹੈ 6ਵੇਂ ਪਾਤਸ਼ਾਹ ਮਹਾਰਾਜ ਦੇ ਕੋਲੇ। ਤੇ 6ਵੇਂ ਪਾਤਸ਼ਾਹ ਮਹਾਰਾਜ ਜੀ ਜਦੋਂ ਅੱਗੋਂ ਝੁਕਣ ਲੱਗੇ ਤੇ ਬਾਬਾ ਜੀ ਅੱਗੋਂ ਝੁਕੇ ਹੈ, ਨਮਸਕਾਰ ਕੀਤੀ ਹੈ। ਗੁਰਸੰਗਤ ਜੀ, ਉਸ ਵਕਤ ਧੰਨ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਨੂੰ ਆਖਿਆ ਕਿ ਮਹਾਰਾਜ ਆਪਾਂ ਆ ਜਿਹੜਾ ਨਗਰ ਹੈ ਫਤਿਹ ਕਰ ਲਿਆ, ਤੇ ਹੁਣ ਇਸ ਦਾ ਨਾਮ ਰੱਖਣਾ, ਕਿਹੜਾ ਨਾਮ ਰੱਖੀਏ? ਤੇ ਤੁਹਾਡੇ ਬਚਨਾਂ ਤੇ ਜਿਹੜਾ ਵੀ ਹੋਵੇਗਾ ਉਹ ਨਾਮ ਰੱਖਿਆ ਜਾਏਗਾ। ਉਸ ਵਕਤ 6ਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਬਾਬਾ ਬੁੱਢਾ ਜੀ ਨੇ ਆਖਿਆ, ਮਹਾਰਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਕਰਤਾਰਪੁਰ ਸਾਹਿਬ ਵਸਾਇਆ ਹੈ, ਤੇ ਆਪ ਆਪਣੇ ਮੁਖ ਤੋਂ ਉਹਨਾਂ ਨੇ ਕਰਤਾਰਪੁਰ ਸਾਹਿਬ ਦਾ ਨਾਮ ਰੱਖਿਆ ਹੈ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਖਡੂਰ ਸਾਹਿਬ ਵਸਾਇਆ ਹੈ, ਤੇ ਆਪ ਆਪਣੇ ਮੁਖ ਤੋਂ ਉਹਨਾਂ ਨੇ ਖਡੂਰ ਸਾਹਿਬ ਨਾਮ ਰੱਖਿਆ ਹੈ। ਤੇ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਸ੍ਰੀ ਗੋਇੰਦਵਾਲ ਸਾਹਿਬ ਵਸਾਇਆ ਹੈ, ਤੇ ਆਪ ਮਹਾਰਾਜ ਉਹਨਾਂ ਨੇ ਆਪਣੇ ਮੁਖ ਤੋਂ ਨਾਮ ਰੱਖਿਆ ਹੈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਸਾਇਆ ਹੈ, ਮੁਖ ਤੋਂ ਆਪਣੇ ਨਾਮ ਰੱਖਿਆ ਹੈ। ਤੇ ਮਹਾਰਾਜ ਇਸੇ ਤਰ੍ਹਾਂ ਹੁਣ ਆਪ ਹੀ ਕਿਰਪਾ ਕਰਕੇ ਆਪਣੇ ਮੁਖ ਤੋਂ ਨਾਮ ਰੱਖੋ। 6ਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਨਹੀਂ, ਤੁਹਾਡੀ ਉਮਰ ਵਡੇਰੀ ਹੈ, ਤੁਸੀਂ ਸਿਆਣੇ ਹੋ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਦੇ ਆ ਰਹੇ ਹੋ, ਤੇ ਸਾਡੇ ਮਨ ਦੀ ਇੱਛਾ ਕਿ ਤੁਸੀਂ ਨਾਮ ਰੱਖੋ। ਉਸ ਵਕਤ ਬਾਬਾ ਬੁੱਢਾ ਜੀ ਕੈਸਾ ਉਹਨਾਂ ਦੀ ਬੁੱਧੀ ਸੀ, ਕੈਸੀ ਸੋਚਣੀ ਸੀ, ਕਿਸ ਤਰ੍ਹਾਂ ਦਾ ਸੁਭਾਅ ਸੀ ਉਹ ਵੱਡਿਆਂ ਵਡੇਰਿਆਂ ਦਾ, ਸਾਡਿਆਂ ਦਾ। ਦੋਨੇ ਹੱਥ ਜੋੜ ਕੇ ਆਖਣ ਲੱਗੇ, ਮਹਾਰਾਜ
ਆਪ ਜੀ ਦੇ ਨਾਮ ਤੋਂ ਸੁੰਦਰ ਮੈਨੂੰ ਹੋਰ ਕੋਈ ਨਾਮ ਨਹੀਂ ਜਾਪਦਾ। ਆਪ ਜੀ ਦੇ ਨਾਮ ਤੋਂ ਸੁੰਦਰ ਹੋਰ ਮੈਨੂੰ ਕੋਈ ਨਾਮ ਨਹੀਂ ਜਾਪਦਾ, ਤੇ ਆਪ ਜੀ ਦੇ ਨਾਮ ਤੇ ਹੀ ਇਹ ਜਿਹੜਾ ਨਗਰ ਵਸਾਇਆ ਜਾਵੇ। ਤੇ ਫਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਮ ਤੇ ਹਰਗੋਬਿੰਦਪੁਰ ਜਿਹੜਾ ਨਗਰ ਸੀ ਨਾ, ਜਿੱਥੇ ਮਹਾਰਾਜ ਨੇ ਜੰਗ ਲੜੀ ਸੀ, ਤੇ ਉਹ ਨਗਰ ਮਹਾਰਾਜ ਜੀ ਨੇ ਵਸਾਇਆ ਸੀ। ਗੁਰਸੰਗਤ ਜੀ, ਇਹ ਸਿੱਖਾਂ ਨੂੰ ਵਡਿਆਈ ਮਿਲੀ ਹੈ। ਤੇ ਮਹਾਰਾਜ ਦੇ ਜਿਨ੍ਹਾਂ ਨੇ ਜਿਹੜਾ ਚਰਨ ਪਰਸਨ ਕਰ ਲਏ ਆ, ਚਰਨਾਂ ਦੀ ਪ੍ਰੀਤੀ ਜਿਨ੍ਹਾਂ ਨੂੰ ਲੱਗੀ ਹੈ, ਜਿਨ੍ਹਾਂ ਦਾ ਮਨ ਵਿਧਿਆ ਗਿਆ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ, ਉਹਨਾਂ ਨੂੰ ਦਰਸ਼ਨਾਂ ਦਾ ਜਿਹੜਾ ਸਾਹੋ ਪਰਮੇਸ਼ਰ ਹੈ ਨਾ, ਉਹਨਾਂ ਨੂੰ ਚਾਹਨਾ ਲੱਗੀ ਰਹਿੰਦੀ ਹੈ ਕਿ ਅਸੀਂ ਐਸੇ ਦੀਨ ਦਿਆਲ ਦੇ ਦਰਸ਼ਨ ਕਰਦੇ ਰਹੀਏ। ਓਟ ਗੋਬਿੰਦ ਗੋਪਾਲ ਰਾਏ, ਸੇਵਾ ਸੁਆਮੀ ਰਾਮ। ਅਤੇ ਉਹ ਫਿਰ ਜਿਹੜਾ ਗੋਬਿੰਦ ਹੈ, ਗੋ ਨਾਮ ਹੁੰਦਾ ਹੈ ਵੇਦਾਂ ਦਾ, ਸ਼ਾਸਤਰਾਂ ਦਾ, ਵਿੰਦ ਨਾਮ ਹੈ ਜਾਣਨੇ ਦਾ, ਭਾਵ ਕਿ ਜਿਹੜਾ ਵਾਹਿਗੁਰੂ ਵੇਦਾਂ ਸ਼ਾਸਤਰਾਂ ਦੇ ਕਰਕੇ ਜਾਣਿਆ ਜਾਂਦਾ ਹੈ, ਜਾਣਨੇ ਯੋਗ ਹੈ, ਜਾਂ ਗੁਰਬਾਣੀ ਦੇ ਕਰਕੇ ਜਾਣਨੇ ਯੋਗ ਹੈ। ਗੋਪਾਲ, ਗੋ ਨਾਮ ਹੈ ਪ੍ਰਿਥਵੀ ਦਾ, ਪਾਲ ਨਾਮ ਹੈ ਪਾਲਣਾ ਦਾ, ਜਿਹੜਾ ਪ੍ਰਿਥਵੀ ਦਾ ਪ੍ਰਤਪਾਲਕ ਵਾਹਿਗੁਰੂ ਹੈ। ਰਾਏ, ਰਾਏ ਦਾ ਅਰਥ ਹੁੰਦਾ ਹੈ ਪ੍ਰਕਾਸ਼, ਜਿਹੜਾ ਪ੍ਰਕਾਸ਼ਕ ਸਰੂਪ ਵਾਹਿਗੁਰੂ ਹੈ। ਤੇ ਉਹ ਵਾਹਿਗੁਰੂ ਕਹਿੰਦੇ ਓਟ, ਉਸ ਦੀ ਗੁਰਸਿੱਖਾਂ ਨੇ, ਸੰਤਾਂ ਨੇ, ਪਿਆਰਿਆਂ ਨੇ ਓਟ ਗ੍ਰਹਿਣ ਕੀਤੀ ਹੈ। ਜਿਵੇਂ ਮੰਗਲ ਪੜ੍ਹਿਆ ਨਾ ਦਾਸ ਨੇ, ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਹੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਮਹਾਰਾਜ ਇੱਕੋ ਆਪ ਜੀ ਦੀ ਓਟ ਗ੍ਰਹਿਣ ਕੀਤੀ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਪੜ੍ਹੀਏ ਨਾ, ਆਪਾਂ ਚੌਪਈ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਸਗਲ ਦੁਆਰ ਕੋ ਛੱਡ ਕੇ ਗਏ ਹੋ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜਿਆ ਸੋ ਗੋਬਿੰਦ ਦਾਸ ਤੁਹਾਰ। ਸੱਚੇ ਪਾਤਸ਼ਾਹ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੂ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਣ ਕੁਰਾਨ, ਅਨੇਕ ਕਹਿ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਬੈ ਬੋ ਭੇਦ ਕਹਿ ਹਮ ਏਕ ਨਾ ਜਾਣਿਓ, ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਤੇ ਮਹਾਰਾਜ ਨੇ ਖਾਲਸੇ ਨੂੰ ਨਾ ਆਪਣਾ ਰੂਪ ਬਣਾ ਲਿਆ। ਗੁਰਸੰਗਤ ਜੀ, ਬਚਨ ਆਉਂਦੇ ਆ ਨਾ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਤੇ ਮਹਾਰਾਜ ਕਹਿੰਦੇ ਮੈਂ ਖਾਲਸੇ ਦੇ ਵਿੱਚ ਨਿਵਾਸ ਕਰਦਾ, ਆਪਣਾ ਮੇਰਾ ਵਾਸ ਹੈ ਨਾ ਖਾਲਸੇ ਦੇ ਵਿੱਚ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਮਹਾਰਾਜ ਦੇ ਬਚਨ ਹੈ ਨਾ, ਪ੍ਰਭ ਮੈਂ ਬੋ ਮੈਂ ਤਾਸ ਮੈਂ, ਰੰਚਕ ਨਾ ਹੈ ਨਾ ਭੇਦ। ਕਹਿੰਦੇ ਰੰਚਕ ਮਾਤਰ ਵੀ ਇਹਨਾਂ ਦੇ ਵਿੱਚ ਮਤ ਭੇਦ ਨਹੀਂ ਹੈ, ਮੇਰਾ ਹੀ ਰੂਪ ਹੈ। ਤੇ ਜਦੋਂ ਆਪਾਂ ਅੰਮ੍ਰਿਤ ਛਕ ਲੈਂਦੇ ਹਾਂ ਨਾ, ਬਾਣੀ ਬਾਣੇ ਵਾਲੇ ਬਣ ਜਾਂਦੇ ਆ, ਸਾਡਾ ਰੂਪ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਵਰਗਾ ਹੋ ਜਾਂਦਾ ਹੈ। ਤੇ ਜੇ ਆਪਾਂ ਅੰਮ੍ਰਿਤ ਛਕ ਕੇ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਅੱਗੇ ਇੱਕ ਵਾਰੀ ਸੀਸ ਨਿਵਾ ਦਈਏ ਨਾ, ਤੇ ਜਿਵੇਂ ਪੰਜਾਂ ਪਿਆਰਿਆਂ ਨੇ ਆਪਣਾ ਸੀਸ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ ਦਿੱਤਾ ਸੀ, ਕਿਹਾ ਸੀ ਮਹਾਰਾਜ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਦੇ ਕਿਆ ਲੱਗਿਆ ਮੇਰਾ। ਤੇ ਜਦੋਂ ਆਪਾਂ ਉਹ ਸੀਸ ਫਿਰ ਕਿਸੇ ਹੋਰ ਦੇ ਅੱਗੇ ਝੁਕਾਈਏ ਨਾ, ਤੇ ਉਹ ਸ਼ੋਭਾ ਨਹੀਂ ਪਾਉਂਦਾ। ਇੱਕ ਤਾਂ ਹੁੰਦਾ ਸੰਤ ਮਹਾਂਪੁਰਸ਼, ਉਸ ਦਾ ਸਤਿਕਾਰ, ਉਸ ਦੇ ਸਤਿਕਾਰ ਦੀ ਬਾਬਤ ਬਾਣੀ ਦੇ ਵਿੱਚ ਬਚਨ ਆਉਂਦੇ ਆ ਕਿ ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਕੋਈ ਨਾ ਮਿਟਣ ਹਾਰਾ। ਮੈਂ ਇਹ ਨਹੀਂ ਕਹਿੰਦਾ ਕਿ ਜਿਹੜੇ ਪੂਰਨ ਬ੍ਰਹਮ ਗਿਆਨੀ ਆ ਉਹਨਾਂ ਨੂੰ ਨਮਸਕਾਰ ਨਾ ਕਰੋ, ਉਹਨਾਂ ਦਾ ਸਤਿਕਾਰ ਨਾ ਕਰੋ, ਪਰ ਇੱਕ ਇਹ ਰੁਕਾਵਟ ਜਿਹੜੀ ਆਈ ਹੈ ਕਿ ਆਪਾਂ ਗੁਰੂ ਮੰਨ ਬੈਠੇ ਆ ਜਿਨ੍ਹਾਂ ਨੇ ਕਦੇ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਹੁੰਦਾ। ਉਹਨਾਂ ਨੂੰ ਜਿਹੜੇ ਗੁਰੂ ਦੇ, ਜਿਵੇਂ ਆਪਾਂ ਕਹੀਏ ਕਿ ਜਿਵੇਂ ਗੁਰੂ ਨੇ ਸਾਡੇ ਨੇ ਸੰਸਾਰ ਨੂੰ ਤਾਰਨਾ ਕੀਤਾ ਹੈ, ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀ ਤਰ੍ਹਾਂ ਫਿਰ ਉਹ ਲੋਕਾਂ ਨੂੰ ਦਿਖਾਵੇ ਕਰਦੇ ਆ ਕਿ ਹਾਂ ਕਿ ਅਸੀਂ ਵੀ ਗੁਰੂ ਹਾਂ ਭਾਈ, ਉਹਨਾਂ ਤੋਂ ਬਚਣ ਦੀ ਲੋੜ ਹੈ। ਤੇ ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਅੱਗੇ ਆਪਾਂ ਸੀਸ ਇੱਕ ਵਾਰੀ ਝੁਕਾ ਦਈਏ ਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੀਸ ਹੋ ਜਾਂਦਾ ਹੈ। ਤੇ ਗੁਰੂ ਕੇ ਸਿੱਖਾ, ਜਦੋਂ ਤੂੰ ਕਿਸੇ ਹੋਰ ਪਖੰਡੀ ਦੇ ਅੱਗੇ ਆਪਣਾ ਸੀਸ ਝੁਕਾਏਗਾ ਤੇ ਦੇਖ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਤੇਰੀ ਰੱਖਿਆ ਕਰਨਗੇ। ਸਾਚਾ ਸਤਿਗੁਰ ਕਿਆ ਕਰੈ ਜੋ ਸਿੱਖਾਂ ਮੈਂ ਚੂਕ, ਜੇ ਸਿੱਖ ਭਾਈ ਸ਼ਰਧਾ ਭਾਵਨਾ ਦੇ ਵਾਲਾ ਹੋਵੇ ਨਾ, ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆਪ ਸਾਰੀ ਰਾਤ ਪਹਿਰਾ ਦੇ ਕੇ ਚੌਕੀਦਾਰ ਹੋ ਕੇ ਭਾਈ ਜੋਗੇ ਦੀ ਜਿਵੇਂ ਰੱਖਿਆ ਕੀਤੀ ਮਹਾਰਾਜ ਨੇ, ਪਾਪ ਅਗਨ ਮੈਂ ਮਹਾਰਾਜ ਨੇ ਰਾਖ ਲਿਆ, ਭਾਈ ਜੋਗੇ ਨੂੰ ਪਾਪਾਂ ਰੂਪੀ ਅਗਨ ਤੋਂ ਰੱਖ ਲਿਆ ਸੀ। ਇਹ ਗੁਰੂ ਦੀ ਵਡਿਆਈ ਹੈ ਨਾ। ਇਸੇ ਕਰਕੇ ਕਿਸੇ ਕਵੀ ਨੇ ਲਿਖਿਆ, ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ, ਜੈਸੇ ਗੁਰੂ ਗੋਬਿੰਦ ਸਿੰਘ ਮਾਤਾ ਗੁਜਰੀ ਦੇ ਲਾਲ ਜੀ। ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਗੁਰੂ ਹੋਣਾ ਚਾਹੀਦਾ ਹੈ।
ਜਿਸ ਤਰ੍ਹਾਂ ਮਾਤਾ ਗੁਜਰੀ ਦਾ ਲਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ, ਲੱਭਣ ਦੀ ਲੋੜ ਨਹੀਂ ਸਾਨੂੰ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਾਇਆ। ਮਹਾਰਾਜ ਨੇ ਬਚਨ ਕੀਤਾ ਸੀ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਇੱਥੇ ਗੱਲ ਕੀਤੀ ਹੈ, ਮਨ ਬੇਧਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾਹੋ, ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ। ਕਹਿੰਦੇ ਉਹਨਾਂ ਨੂੰ ਜੋ ਗੋਬਿੰਦ ਗੋਪਾਲ ਰਾਏ ਪ੍ਰਮਾਤਮਾ ਵਾਹਿਗੁਰੂ ਹੈ, ਉਹਨਾਂ ਨੇ ਉਸ ਦੀ ਓਟ ਗ੍ਰਹਿਣ ਕੀਤੀ ਹੈ ਤੇ ਫਿਰ ਸੇਵਾ ਸੁਆਮੀ ਲਾਹੋ। ਤੇ ਸੇਵਾ ਸੁਆਮੀ ਮਾਲਕ ਦੀ ਸੇਵਾ ਦਾ ਉਹਨਾਂ ਨੂੰ ਲਾਹੋ ਰਹਿੰਦਾ, ਉਤਸ਼ਾਹ ਰਹਿੰਦਾ, ਭਾਵ ਉਹਨਾਂ ਨੂੰ ਅੰਦਰ ਇਹ ਲੱਗਿਆ ਰਹਿੰਦਾ ਕਿ ਅਸੀਂ ਮਹਾਂਪੁਰਖਾਂ ਦੀ ਸੇਵਾ ਕਰੀਏ, ਗੁਰੂ ਦੀ ਸੇਵਾ ਕਰੀਏ। ਜਿਸ ਸਥਾਨ ਤੇ ਆਪ ਦਰਸ਼ਨ ਕਰ ਰਹੇ ਹੋ ਨਾ ਗੁਰਸੰਗਤ ਜੀ, ਧੰਨ ਮਹਾਂਪੁਰਖ ਸੰਤ ਬਾਬਾ ਵਰਿਆਮ ਸਿੰਘ ਜੀ, ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਾ ਸਰੂਪ ਕਰਕੇ ਜਾਣਿਆ, 10 ਪਾਤਸ਼ਾਹੀਆਂ ਦਾ ਸਰੂਪ ਕਰਕੇ ਜਾਣਿਆ। ਤੇ ਇੰਨੀ ਸੇਵਾ ਮਹਾਂਪੁਰਖਾਂ ਦੀ ਕਿ ਗੁਰਬਾਣੀ ਦਾ ਇੰਨਾ ਸਤਿਕਾਰ ਕਰਦੇ ਕਿ ਜਦੋਂ ਆਪਾਂ ਤਾਂ ਅੱਜ ਕੱਲ੍ਹ ਜਿਹੜਾ ਗੁਰਮੁਖ ਬਾਣੀ ਪੜ੍ਹਦਾ ਹੁੰਦਾ ਉਹ ਤਾਂ ਨੀਵਾਂ ਬੈਠਾ ਹੁੰਦਾ ਤੇ ਸਮਾਧੀ ਆਪਣੀ ਉੱਚੀ ਲੱਗੀ ਹੁੰਦੀ ਹੈ। ਤੇ ਪਰ ਮਹਾਂਪੁਰਖ ਧੰਨ ਸੀ, ਉਹਨਾਂ ਨੇ ਇੱਕ ਮਹਾਂਪੁਰਖ ਸੰਤ ਬਾਬਾ ਆਤਮਾ ਸਿੰਘ ਜੀ, ਇਹ ਨਾਮ ਬੰਦਗੀ ਵਾਲੀਆਂ ਰੂਹਾਂ ਨੇ, ਇਹ ਭਾਈ ਉਹ ਪਰੰਪਰਾ ਚੱਲਦੀ ਆਉਂਦੀ ਹੈ ਕਿ ਕਦੇ ਵੀ ਇਹਨਾਂ ਨੇ ਗੁਰਬਾਣੀ ਦਾ ਨਿਰਾਦਰ ਨਹੀਂ ਕੀਤਾ। ਸੰਤਾਂ ਮਹਾਂਪੁਰਖ ਜਿਨ੍ਹਾਂ ਤੇ ਸਿੱਖਿਆ ਸਾਨੂੰ ਵੀ ਮਿਲਦੀ ਹੈ, ਇੱਥੋਂ ਪੜ੍ਹ ਕੇ ਜਾਂਦੇ ਆ ਨਾ, ਕਿਤੇ ਹੋਰ ਚਾਰ ਨੂੰ ਦੱਸਦੇ ਆ ਕਿ ਸੰਤ ਬਾਬਾ ਵਰਿਆਮ ਸਿੰਘ ਜੀ ਦੇ ਦਰ ਤੋਂ ਪੜ੍ਹ ਕੇ ਆਏ ਆ ਤੇ ਨਮਸਕਾਰਾਂ ਕਰਦੇ ਆ ਭਾਈ ਐਸੇ ਦਰ ਨੂੰ, ਕਿਉਂਕਿ ਉਹਨਾਂ ਨੇ ਗੁਰਬਾਣੀ ਦਾ ਸਤਿਕਾਰ ਕੀਤਾ। ਤੇ ਜੇ ਕੋਈ ਕਹਿੰਦਾ ਕਿ ਗੁਰਬਾਣੀ ਦਾ ਸਤਿਕਾਰ ਸਿੱਖਣਾ ਤੇ ਇਹ ਆਮ ਇੱਕ ਬੋਲੀ ਸੀ ਪਹਿਲਾਂ ਦੀ ਕਿ ਸੰਤ ਬਾਬਾ ਵਰਿਆਮ ਸਿੰਘ ਜੀ ਦੇ ਕੋਲੇ ਚਲੇ ਜਾਓ ਤੇ ਤੁਹਾਨੂੰ ਸਭ ਕੁਝ ਆ ਜਾਵੇਗਾ, ਜੇ ਕਿਸੇ ਨੇ ਕੁਝ ਸਿੱਖਣਾ ਤਾਂ। ਉਹ ਧੰਨ ਮਹਾਂਪੁਰਖ ਸੀ, ਉਹਨਾਂ ਦੀ ਅਵਸਥਾ ਬੜੀ ਉੱਚੀ ਹੈ ਗੁਰਸੰਗਤ ਜੀ, ਕੋਈ ਉਹਨਾਂ ਦੀ ਬਿਆਨ ਸੋਭਾ ਬਿਆਨ ਨਹੀਂ ਕੋਈ ਕਰ ਸਕਦਾ ਰਸਨਾ ਦੇ ਨਾਲ, ਕਿਉਂਕਿ ਉਹ ਗੁਰੂ ਸਰੂਪ ਹੋ ਜਾਂਦੇ ਹੈ। ਹਰ ਹਰ ਜਨ ਦੁਈ ਇੱਕ ਹੈ, ਬਿੰਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜੋ ਜਲ ਹੀ ਵਿਖੈ ਸਮਾਹੇ। ਇੱਥੇ ਗੱਲ ਕੀਤੀ ਹੈ ਕਿ ਉਹਨਾਂ ਨੂੰ ਸੇਵਾ ਦਾ ਲਾਹ ਉਤਸ਼ਾਹ ਬਣਿਆ ਰਹਿੰਦਾ ਹੈ। ਉਤਸ਼ਾਹ ਜਿਵੇਂ ਭਾਈ ਮੰਝ ਨੂੰ ਸੀ ਤੇ ਭਾਈ ਬਹਿਲੋ ਨੂੰ ਸੀ, ਭਾਈ ਬਿਧੀ ਚੰਦ ਨੂੰ ਸੀ, ਬਾਬਾ ਜੀਵਨ ਸਿੰਘ ਜੀ ਨੂੰ ਸੀ, ਤੇ ਸਾਰਿਆਂ ਨੂੰ ਹੀ ਮਹਾਰਾਜ ਨੇ ਵਰਦਾਨ ਦਿੱਤੇ ਹੈ। ਭਾਈ ਬਹਿਲੋ ਸਭ ਤੋਂ ਪਹਿਲੋ ਮੰਝ ਪਿਆਰਾ, ਗੁਰੂ ਕੋ ਗੁਰ ਮੰਝ ਪਿਆਰਾ, ਬਿਧੀ ਚੰਦ ਸੀਨਾ ਗੁਰੂ ਕਾ ਸੀਨਾ, ਸਾਰਿਆਂ ਨੂੰ ਵਡਿਆਈ ਮਿਲੀ ਹੈ ਨਾ। ਭਾਈ ਬਾਬਾ ਜੀਵਨ ਸਿੰਘ ਜੀ ਨੂੰ ਮਹਾਰਾਜ ਨੇ ਕਿਹਾ ਰੰਗਰੇਟੇ ਗੁਰੂ ਕੇ ਬੇਟੇ, ਸੱਚੇ ਪਾਤਸ਼ਾਹ ਨੇ ਸਾਰਿਆਂ ਨੂੰ ਵਡਿਆਈ ਦਿੱਤੀ ਹੈ ਜਿਨ੍ਹਾਂ ਨੂੰ ਸੇਵਾ ਦਾ ਉਤਸ਼ਾਹ ਬਣਿਆ ਰਹਿੰਦਾ ਹੈ। ਤੇ ਉਹ ਭਾਈ ਹਮੇਸ਼ਾ ਸੇਵਾ ਦੇ ਵਿੱਚ ਲੱਗੇ ਰਹਿੰਦੇ ਹੈ। ਜਿਨ੍ਹਾਂ ਨੇ ਸਾਧੂਆਂ ਦੇ ਨਾਲ ਸਾਧ ਸੰਗਤ ਦੇ ਵਿੱਚ ਜਿਨ੍ਹਾਂ ਨੇ ਆਪਣਾ ਮਨ ਸਾਧ ਲਿਆ, ਉਹਨਾਂ ਦੇ ਨਾਲ ਮਿਲ ਕੇ ਗੁਣ ਗਾ ਲਏ ਹੈ। ਤੇ ਆਪਾਂ ਦੇਖੀਏ ਕਿੰਨਾਂ ਦੇ ਘਰਾਂ ਦੇ ਵਿੱਚ ਭਾਈ ਸੋਦਰ ਰਹਿਰਾਸ ਸਾਹਿਬ ਜੀ ਦਾ ਪਾਠ ਹੁੰਦਾ ਹੈ, ਜਾਂ ਸਾਧੂਆਂ ਨੇ ਕਿੰਨੇ ਕਿੰਨੇ ਚਰਨ ਪਵਾਏ ਹੈ। ਦੇਖੀਏ ਨਾ ਭਗਤ ਜੀ ਦੀ ਬਾਣੀ ਪੜ੍ਹੀਏ ਤਾਂ ਭਗਤ ਜੀ ਕਹਿੰਦੇ ਆ, ਕਬੀਰ ਜਿਹੇ ਘਰ ਸਾਧ ਨਾ ਸੇਵੀ ਹੈ, ਹਰ ਕੀ ਸੇਵਾ ਨਾਹੀ, ਤੇ ਘਰ ਮਰਹਟ ਸਾਰਖੇ ਭੂਤ ਵਸਹਿਤ ਨਮਾਹੇ। ਮਹਾਰਾਜ ਕਹਿੰਦੇ, ਭਗਤ ਜੀ ਕਹਿੰਦੇ, ਜੇ ਕਿਸੇ ਘਰ ਦੇ ਵਿੱਚ ਸਾਧੂ ਦੀ ਸੇਵਾ ਨਹੀਂ ਨਾ ਹੈਗੀ ਤੇ ਉਹ ਤਾਂ ਇੱਕ ਮਰਹਟ ਨਾਮ ਹੁੰਦਾ ਜਿੱਥੇ ਸਰੀਰ ਦਾ ਸੰਸਕਾਰ ਹੁੰਦਾ ਭਾਈ, ਉਹਨੂੰ ਕਿਹਾ ਜਾਂਦਾ ਹੈ। ਕਹਿੰਦੇ ਉੱਥੇ ਉਹ ਘਰ ਉਹਨਾਂ ਵਰਗੇ ਬਣ ਜਾਂਦੇ ਹੈ ਤੇ ਉੱਥੇ ਭੂਤਾਂ ਦਾ ਵਾਸਾ ਹੋ ਜਾਂਦਾ ਹੈ। ਤੇ ਉਹਨਾਂ ਘਰਾਂ ਦੇ ਵਿੱਚ ਆਪਾਂ ਕਹਿੰਦੇ ਆ ਨਾ ਜਾ ਫਲਾਣੇ ਦਾ ਹੋ ਗਿਆ। ਇਸੇ ਕਰਕੇ ਹੁੰਦਾ ਹੈ, ਨਾ ਤਾਂ ਬਾਣੀ ਪੜ੍ਹੀ ਜਾਂਦੀ ਹੈ, ਨਾ ਸਿਮਰਨ ਹੁੰਦਾ, ਨਾ ਸਾਧੂ ਦੀ ਸੇਵਾ ਹੈ। ਇਸੇ ਕਰਕੇ ਭਗਤ ਜੀ ਨੇ ਕਿਹਾ ਮਿਲ ਸਾਧੂ ਗੁਣ ਗਾਹੋ, ਭਾਈ ਸਾਧੂਆਂ ਦੇ ਨਾਲ ਮਿਲ ਕੇ ਗੁਣਾਂ ਨੂੰ ਗਾਓ ਅਤੇ ਉਹਨਾਂ ਨੂੰ ਜਿਹੜੇ ਗੁਣ ਗਾਉਂਦੇ ਆ ਫਿਰ ਵਿਖਿਆ ਪੋਹੇ ਨਾ ਸਕੇ। ਵਿਖਿਆ ਨਾਮ ਹੁੰਦਾ ਮਾਇਆ ਦਾ ਜਿਹੜਾ ਪ੍ਰਭਾਵ ਨਹੀਂ ਪੈਂਦਾ। ਭਗਤ ਕਬੀਰ ਜੀ ਦੇ ਬਚਨ ਆਉਂਦੇ ਆ, ਨੱਕ ਉਹ ਕਾਟੀ, ਕੰਨ ਉਹ ਕਾਟੀ, ਕਾਟ ਕੂਟ ਕੈ ਡਾਰੀ। ਤੇ ਉਹਨਾਂ ਨੇ ਤਾਂ ਭਾਈ ਸੋਟੀ ਦਿੱਤੀ ਹੈ ਮਾਇਆ। ਜਿਹੜੇ ਸੰਤ ਮਹਾਂਪੁਰਸ਼ ਹੈ ਉਹਨਾਂ ਨੇ ਆਪਣੇ ਦੂਰ ਹੀ ਕਰ ਦਿੱਤੀ ਹੈ, ਉਹਨਾਂ ਨੂੰ ਵਿਖਿਆ ਪੋਹ ਨਹੀਂ ਸਕਦੀ ਹੈ, ਮਾਇਆ ਪੋਹ ਨਹੀਂ ਸਕਦੀ ਹੈ। ਉਹ ਸੱਚੀ ਪ੍ਰੀਤੀ ਦੇ ਵਿੱਚ ਸਮਾ ਜਾਂਦੇ ਹੈ, ਭਾਉ ਭਗਤੀ ਦੇ ਵਿੱਚ ਸਮਾ ਜਾਂਦੇ ਹੈ।
ਤੇ ਜਦੋਂ ਸਮਾ ਜਾਂਦੇ ਆ ਕਿਵੇਂ ਸਮਾਉਂਦੇ ਆ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਪੁੱਛੀਏ ਆਪਾਂ। ਤੇ ਮਹਾਰਾਜ ਕਹਿੰਦੇ ਬ੍ਰਹਮੈ ਬ੍ਰਹਮ ਮਿਲਿਆ ਕੋਈ ਨਾ ਸਾਕੈ ਭਿੰਨ ਕਰ ਬਲਰਾਮ ਜੀ। ਉਹ ਕਹਿੰਦੇ ਉਹ ਜਿਵੇਂ ਬ੍ਰਹਮ ਦੇ ਵਿੱਚ ਬ੍ਰਹਮ ਮਿਲ ਜਾਂਦਾ ਹੈ, ਜਲ ਦੇ ਵਿੱਚ ਜਲ ਮਿਲ ਜਾਂਦਾ ਹੈ, ਇਸੇ ਤਰ੍ਹਾਂ ਭਾਈ ਵਾਹਿਗੁਰੂ ਦੇ ਵਿੱਚ ਹਰੀ ਦੇ ਪਿਆਰੇ ਸਮਾ ਜਾਂਦੇ ਆ। ਉਹ ਅਵਸਥਾ ਉਹ ਹੋ ਜਾਂਦੀ ਹੈ, ਉੱਚੀਆਂ ਅਵਸਥਾ ਦੇ ਵਿੱਚ ਆ ਜਾਂਦੇ ਆ, ਸਾਡੀ ਬੁੱਧੀ ਤੋਂ ਪਰੇ ਗੱਲ ਹੋ ਜਾਂਦੀ ਹੈ। ਤੇ ਜਿਹੜੀ ਰੂਹ ਹੁੰਦੀ ਹੈ ਨਾ, ਜਹ ਤੇ ਉਪਜੀ, ਜਿਸ ਪਰਮਾਤਮਾ ਤੋਂ ਰੂਹ ਪੈਦਾ ਹੁੰਦੀ ਹੈ ਉਸ ਦੇ ਵਿੱਚ ਹੀ ਸਮਾ ਜਾਂਦੀ ਹੈ। ਕਰ ਗਹਿ ਲੀਨੀ ਪਾਰ ਬ੍ਰਹਮ ਬਹੁੜ ਨ ਵਿਛੜਿਆ। ਤੇ ਫਿਰ ਜਿਹੜਾ ਕਰ ਨਾਮ ਹੁੰਦਾ ਹੱਥ ਦਾ, ਤੇ ਜੇ ਕਿਸੇ ਗੁਰਮੁਖ ਦਾ ਹੱਥ ਗੁਰੂ ਪਕੜ ਲਵੇ, ਕਹਿੰਦੇ ਗੁਰੂ ਜੇ ਹੱਥ ਪਕੜ ਲੈਂਦਾ ਨਾ, ਕਰ ਗਹਿ ਲੀਨੀ ਪਾਰ ਬ੍ਰਹਮ, ਪਾਰ ਬ੍ਰਹਮ ਜਿਹੜਾ ਪਾਪਾ ਪੁੰਨਾ ਤੋਂ ਪਰੇ ਬ੍ਰਹਮ ਵਿਆਪਕ ਹੈ ਵਾਹਿਗੁਰੂ, ਜੇ ਕਹਿੰਦੇ ਆਪਣੇ ਸਿੱਖ ਦਾ ਕਰ ਗਹਿ ਕਰ ਹੱਥ ਪਕੜ ਲੈਂਦਾ ਤੇ ਫਿਰ ਬਹੁੜ ਨਾ ਵਿਛੜੀ ਆ। ਉਹ ਫਿਰ ਵਿਛੜਦਾ ਨਹੀਂ ਆ, ਉਹ ਵੱਖਰਾ ਨਹੀਂ ਹੁੰਦਾ ਕਦੇ ਵੀ ਉਹ ਬੇਮੁਖ ਨਹੀਂ ਹੁੰਦਾ ਗੁਰੂ ਦੇ ਕੋਲੋਂ ਦੁਨੀ ਚੰਦ ਵਾਂਗੂ। ਤੇ ਭਾਈ ਬਚਿੱਤਰ ਸਿੰਘ ਦੇ ਵਾਂਗੂ ਫਿਰ ਉਹ ਸੇਵਾ ਦੇ ਵਿੱਚ ਲੱਗ ਕੇ ਆਪਣਾ ਸ਼ਹੀਦੀਆਂ ਪਾ ਜਾਂਦੇ ਆ। ਉਹ ਧੰਨ ਨੇ ਮਹਾਂਪੁਰਖ ਜਿਨ੍ਹਾਂ ਨੇ ਗੁਰੂ ਨੂੰ ਸਭ ਕੁਝ ਸੌਂਪ ਦਿੱਤਾ ਹੈ। ਗੁਰਸੰਗਤ ਜੀ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਬਤ ਆਪਾਂ ਪੜ੍ਹਦੇ ਹਾਂ। ਤੇ ਬ੍ਰਾਹਮਣ ਚੱਲ ਕੇ ਆਏ ਸਨ ਨਾ ਮਹਾਰਾਜ ਦੇ ਕੋਲੇ ਕਿ ਮਹਾਰਾਜ ਹੁਣ ਸਾਡਾ ਕੋਈ ਨਹੀਂ ਹੈ, ਤੇ ਆਪ ਆਪਣੀ ਗਲਵਕੜੀ ਦੇ ਵਿੱਚ ਲੈ ਲਓ, ਸਾਨੂੰ ਆਪਣੇ ਚਰਨਾਂ ਦੇ ਵਿੱਚ ਲਾ ਲਓ। 9ਵੇਂ ਪਾਤਸ਼ਾਹ ਮਹਾਰਾਜ ਨੇ ਬ੍ਰਾਹਮਣਾਂ ਦੀ ਬਾਂਹ ਪਕੜ ਲਈ ਹੈ। ਤੇ ਮਹਾਰਾਜ ਕਿਹਾ ਕਿ ਬਾਂਹ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ ਬਾਂਹ ਨਾ ਛੋੜੀ ਹੈ। ਮਹਾਰਾਜ ਨੇ ਬਾਂਹ ਪਕੜ ਲਈ, ਉਹਨਾਂ ਨੂੰ ਆਪਣੀ ਸ਼ਰਨ ਦੇ ਵਿੱਚ ਲਾ ਲਿਆ। ਤੇ ਬਾਅਦ ਦੇ ਵਿੱਚ ਮਹਾਰਾਜ ਕਦੇ ਛੱਡਦਾ ਨਹੀਂ ਹੈ ਕਦੇ ਵੀ ਬਾਹਾਂ। ਬਾਰ ਜਾਓ ਲਖ ਬੇਰੀਆ ਸੱਜਣ ਅਗਮ ਅਗਾ। ਹਰ ਸੱਜਣ ਅਗਮ ਅਗਾਹੋ ਅਨਵੇਂ ਕਰਕੇ ਹੈ। ਜਿਹੜਾ ਭਾਈ ਸੱਜਣ ਵਾਹਿਗੁਰੂ ਹੈ, ਸੱਜਣ ਉਹ ਹੁੰਦਾ ਹੈ ਜਿੰਦੀ ਬਾਬਤ ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਕਹੇ ਕਿ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚੱਲਣ, ਜਿਹੜਾ ਕਦੇ ਸਾਥ ਨਾ ਛੱਡੇ। ਤੇ ਗੁਰੂ ਤੋਂ ਵੱਡਾ ਸੱਜਣ ਨਹੀਂ ਕੋਈ ਹੋ ਸਕਦਾ। ਤੇ ਗੁਰਸੰਗਤ ਜੀ ਧੰਨ ਗੁਰੂ ਅਕਾਲ ਪੁਰਖ ਪਰਮਾਤਮਾ ਪ੍ਰਤਪਾਲ ਮਾਤਾ ਉਦਰ ਰੱਖੈ ਲੱਗਣ ਦੇਤਨਾ ਸੇਖ, ਜਿਹੜਾ ਮਾਤਾ ਦੇ ਉਦਰ ਦੇ ਵਿੱਚ ਵੀ ਰੱਖਿਆ ਕਰਦਾ ਹੈ, ਜਿਹੜਾ ਵਾਹਿਗੁਰੂ ਮਾਤਾ ਦੇ ਉਦਰ ਦੇ ਵਿੱਚ ਵੀ ਰੱਖਿਆ ਕਰਦਾ ਹੈ, ਇਹ ਤੋਂ ਵੱਡਾ ਸੱਜਣ ਕਿਹੜਾ ਹੋ ਸਕਦਾ ਹੈ। ਤੇ ਐਸਾ ਵਾਹਿਗੁਰੂ ਸੱਜਣ ਹੈ ਜੋ। ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੱਜਣ ਹਰ ਸੱਜਣ ਅਗਮ ਅਗਾਹੋ। ਅਗਮ ਨਾਮ ਹੁੰਦਾ ਗਮਤਾ ਤੋਂ ਪਰੇ, ਜਿਹੜਾ ਬੁੱਧੀ ਤੋਂ ਪਰੇ ਹੈ, ਮਨ ਬਿਰਤੀਆਂ ਤੋਂ ਜਿਹੜਾ ਪਰੇ ਹੈ, ਸਾਡੀ ਨਜ਼ਰ ਤੋਂ ਜਿਹੜਾ ਪਰੇ ਹੈ, ਗਮਤਾ ਤੋਂ ਰਹਿਤ ਹੈ। ਅਗਾਹੋ ਨਾਮ ਹੁੰਦਾ ਡੂੰਘਾ, ਜਿਸ ਦਾ ਕੋਈ ਅੰਤ ਨਹੀਂ ਪਾ ਸਕਦਾ, ਭਾਵੇਂ ਕਿੰਨੇ ਵੀ ਲੱਗ ਜਾਣ ਉਸ ਦਾ ਵਾਹਿਗੁਰੂ ਦਾ ਕੋਈ ਅੰਤ ਨਹੀਂ ਪਾ ਸਕਦਾ। ਐਸੇ ਵਾਹਿਗੁਰੂ ਤੋਂ ਕਹਿੰਦੇ ਬਾਰ ਜਾਓ ਲੱਖ ਬੇਰੀਆ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇੱਕ ਵਾਰੀ ਨਹੀਂ ਭਾਈ, ਅਸੀਂ ਲੱਖਾਂ ਵਾਰੀ ਐਸੇ ਗੁਰੂ ਤੋਂ ਬਲਹਾਰ ਜਾਣਾ ਕਰਦੇ ਆਂ। ਸਰਬ ਪਈ ਨਾਰਾਇਣ ਨਾਨਕ ਦਰ ਪਈਆ। ਕਹਿੰਦੇ ਗੁਰਮੁਖਾ ਤੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਦਰ ਤੇ ਪੈ ਜਾ, ਇੱਕ ਵਾਰੀ ਪੈ ਜਾ। ਕਹਿੰਦੇ ਮਹਾਰਾਜ ਫੇਰ ਕੀ ਹੋਏਗਾ? ਕਹਿੰਦੇ ਆਪਣੀ ਬਿਰਧ ਦੀ ਉਹਨੂੰ ਲੱਜਾ ਹੁੰਦੀ ਹੈ ਕਿ ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਉਹ ਕੰਠ ਲਾ ਹੀ ਲੈਂਦਾ। ਸ਼ਰਮ ਪਈ ਨਾਰਾਇਣ ਹੈ, ਨਾਰਾਇਣ ਨੂੰ ਜਿਹੜਾ ਨਰਾਂ ਦੇ ਵਿੱਚ ਆਇਆ ਹੋਇਆ, ਨਰ ਆਇਨ, ਆਇਨ ਨਾਮ ਕਿ ਉਹਦਾ ਪਾਣੀ ਦੇ ਵਿੱਚ, ਨਰ ਨਾਮ ਪਾਣੀ ਦਾ ਵੀ ਹੁੰਦਾ ਹੈ, ਪਾਣੀ ਦੇ ਵਿੱਚ ਵੀ ਆਇਨ ਘਰ ਹੈ। ਇਹ ਵਾਹਿਗੁਰੂ ਐਸਾ ਹੈ ਕਿ ਉਹਨੂੰ ਫਿਰ ਸ਼ਰਮ ਹੁੰਦੀ ਹੈ, ਲੱਜਾ ਹੁੰਦੀ ਹੈ, ਉਹ ਫਿਰ ਆਪਣੀ ਬਿਰਧ ਦੀ ਹਮੇਸ਼ਾ ਫਿਰ ਲਾਜ ਰੱਖਦਾ ਹੈ। ਪੋਹ ਦੇ ਮਹੀਨਾ ਭਾਈ ਉਹਨਾਂ ਨੂੰ ਕਹਿੰਦੇ ਸੁਹੰਦਾ ਸੋਭਨੀਕ ਹੈ। ਉਹ ਸਰਬ ਸੁਖ ਸਰਬ ਤਰ੍ਹਾਂ ਕਰਕੇ, ਹਰ ਇੱਕ ਤਰ੍ਹਾਂ ਕਰਕੇ ਉਹ ਸੁਖੀ ਰਹਿੰਦੇ ਹੈ, ਜਿਨ੍ਹਾਂ ਨੂੰ ਬਖਸ਼ ਲੈਂਦਾ ਵਾਹਿਗੁਰੂ। ਇਹ ਸਰੀਰ ਰੂਪੀ ਭਾਈ ਪੋਹ ਦਾ ਮਹੀਨਾ ਹੀ ਹੈ। ਇਹਦੇ ਵਿੱਚ ਠੰਡ ਜਿਹੜੀ ਹੈ ਉਹ ਬਿਰਧ ਅਵਸਥਾ ਰੂਪੀ ਠੰਡ ਹੈ। ਤੇ ਗੁਰਸੰਗਤ ਜੀ ਇਹ ਹਰ ਇੱਕ ਤੇ ਆਉਂਦੀ ਹੈ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਨ੍ਹਾਂ ਨੇ ਨਾਮ ਜਿਹੜਾ ਹੈ ਲੈ ਲਿਆ ਨਾ, ਉਹਨਾਂ ਨੂੰ ਬਿਰਧ ਅਵਸਥਾ ਵੀ ਪੋਹ ਨਹੀਂ ਸਕਦੀ ਸੀ। ਬਾਬਾ ਬੁੱਢਾ ਜੀ ਦੀ ਉਮਰ 125 ਸਾਲ ਦੀ ਸੀ। ਤੇ ਧੰਨ ਸੀ ਉਹ ਮਹਾਂਪੁਰਖ, ਉਹਨਾਂ ਨੂੰ ਇਹ ਅਵਸਥਾ ਜਿਹੜੀਆਂ ਠੰਡ ਗਰਮੀ ਹੈ ਉਹ ਨਹੀਂ ਪੋਹ ਸਕਦੀ, ਉਹ ਦੂਰ ਹੀ ਰਹਿੰਦੀ ਹੈ, ਮਾਇਆ ਵੀ ਦੂਰ ਰਹਿੰਦੀ ਹੈ, ਕਿਉਂਕਿ ਉਹਨਾਂ ਨੂੰ ਪ੍ਰਵਾਹੋ ਅਕਾਲ ਪੁਰਖ ਪਰਮਾਤਮਾ ਬਖਸ਼ ਲੈਂਦਾ ਹੈ। ਅਥਵਾ ਉਹਨਾਂ ਦਾ ਜਿਹੜਾ ਹਿਸਾਬ ਕਿਤਾਬ ਹੁੰਦਾ, ਲੇਖਾ ਜੋਖਾ ਹੁੰਦਾ, ਉਹ ਵੀ ਵਾਹਿਗੁਰੂ ਬਖਸ਼ ਲੈਂਦਾ ਹੈ। ਤੇ ਆਪ ਸੰਗਤ ਬਹੁਤ ਹੀ ਵੱਡਿਆ ਭਾਗਾ ਵਾਲੇ ਹੋ
ਜੋ ਐਸੇ ਦੀਨ ਦਿਆਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੀਆਂ ਹਾਜ਼ਰੀਆਂ ਲਵਾ ਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ। ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸੱਚੇ ਪਾਤਸ਼ਾਹ ਮਹਾਰਾਜ ਦੇ ਦਰ ਤੇ ਵਡਿਆਈ ਚੱਲੀ ਜਾ ਰਹੀ ਹੈ, ਗੁਰੂ ਦੇ ਗੁਣ ਗਾਏ ਜਾ ਰਹੇ ਹੈ। ਦਾਸ ਤੋਂ ਪਹਿਲਾਂ ਕੀਰਤਨ ਦੀ ਹਾਜ਼ਰੀ ਗੁਰੂ ਕੇ ਸਿੱਖਾਂ ਨੇ ਲਵਾਈ, ਭੋਗ ਪਾਏ ਗਏ। ਜਿਹੜੇ ਸਹਿਜ ਪਾਠ ਜੋ ਪ੍ਰਾਰੰਭ ਸਨ, ਸਹਿਜ ਪਾਠਾਂ ਦੇ ਭੋਗ ਪਾਏ ਗਏ। ਦਾਸ ਨੇ ਕੁਝ ਕੁ ਸਮਾਂ ਭਾਈ ਹਾਜ਼ਰੀ ਭਰੀ ਹੈ। ਇਤਨੀ ਕੁ ਹਾਜ਼ਰੀ ਆਪ ਸੰਗਤ ਨੇ ਦਰ ਤੇ ਪ੍ਰਵਾਨ ਕਰਨੀ। ਇਹ ਦਰ ਹੈ, ਇਹ ਮਹਾਂਪੁਰਖਾਂ ਦਾ ਦਰ, ਗੁਣੀਆਂ ਗਿਆਨੀਆਂ ਦਾ ਦਰ ਹੈ ਭਾਈ। ਇੱਥੇ ਬੋਲਣਾ ਬੜਾ ਔਖਾ ਹੁੰਦਾ ਹੈ। ਇਹ ਗੁਰੂ ਨੇ ਜੈਸੀ ਬੁੱਧ ਬਖਸ਼ਿਸ਼ ਕੀਤੀ ਸੀ, ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਂ ਤੇਤੀ। ਕਿਉਂਕਿ ਮਹਾਂਪੁਰਖ ਵੀ ਅੱਗੇ ਸਜੇ ਹੋਏ ਹੈ। ਮਨ ਡੋਲਦਾ ਹੈ ਕਿਤੇ ਕੋਈ ਉੱਚਾ ਜੀਵ ਨੀਵਾਂ ਨਾ ਬੋਲ ਜੀਏ, ਕਿਉਂਕਿ ਬਾਬਾ ਲਾਲ ਸਿੰਘ ਜੀ ਨੇ ਦਾਸ ਤੇ ਇੰਨੀ ਕਿਰਪਾ ਕੀਤੀ ਹੈ। ਸੰਤ ਗਿਆਨੀ ਕਰਮ ਸਿੰਘ ਜੀ ਜਿਨ੍ਹਾਂ ਨੇ ਵਿੱਦਿਆ ਪੜ੍ਹਾ ਕੇ ਤੇ ਦਾਸ ਨੂੰ ਇੱਥੋਂ ਤੱਕ ਜਿਹੜਾ ਕੀਤਾ ਹੈ। ਮੈਂ ਸੰਤ ਗਿਆਨੀ ਆਤਮਾ ਸਿੰਘ ਜੀ ਮਹਾਂਪੁਰਖਾਂ ਦਾ, ਸੰਤ ਗਿਆਨੀ ਕਰਮ ਸਿੰਘ ਤੇ ਬਾਬਾ ਲਾਲ ਸਿੰਘ, ਬਾਬਾ ਗੁਰਦੀਪ ਸਿੰਘ ਅਤੇ ਹੋਰ ਜਿਹੜੇ ਗੁਰੂ ਕੇ ਸਿੱਖ ਦਾਸ ਦੇ ਨਾਲ ਜਿਹੜੇ ਵਿੱਦਿਆ ਪੜ੍ਹਦੇ ਰਹੇ ਆ ਵਿਦਿਆਰਥੀਆਂ ਦਾ, ਉਹਨਾਂ ਦਾ ਭਾਈ ਸਾਰਿਆਂ ਦਾ ਹੀ ਧੰਨਵਾਦ ਕਰਦਾ ਜੋ ਇੱਥੇ ਆਪ ਸੰਗਤ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗੁਣ ਗਾਉਂਦਿਆਂ ਤੋਂ ਆਪ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਕਥਾ ਕਰਦੇ ਆ ਤੋਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ। ਆਪ ਗੁਰਸੰਗਤ ਜੀ ਬਖਸ਼ਣ ਜੋਗੋ ਬਖਸ਼ ਲੈਣਾ। ਆਓ ਹੁਣ ਆਨੰਦ ਸਾਹਿਬ ਦੀ ਜਿਹੜੀ ਬਾਣੀ ਪੜ੍ਹੀ ਜਾਏਗੀ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਸਰਬ ਭਈ ਨਾਰਾਇਣ ਨਾਨਕ ਦਰ ਪਈਆ, ਭੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।